ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮੋ ਕਰ ਜੋਰੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਵਈਆ ਹਾਦਰ ਹੋਤ ਜਹਾਂ ਸਿਮਰੇ। ਸੁਖ ਸਾਗਰ ਜਾਹੇ ਪੇਖੇ ਸੁਰ ਸਾਦਰ। ਸਾਧ ਰਚੇ ਇਕ ਆਤਮ ਗਿਆਨ। ਬੜੀ ਵਿਸ਼ਿਆ ਤਪ ਕੋ ਬੜ ਬਾਦਰ। ਬਾਦਰ ਹੈ ਸਿੱਖ ਹਵੈ ਨਰ ਸੋ। ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ। ਕਾਦਰ ਹੈ ਜਮ ਕੋ ਤਿਨ ਜੀਵਨ। ਅੰਤ ਭਜੈ ਗੁਰ ਤੇਗ ਬਹਾ ਤੇਗ ਬਹਾਦਰ।
ਹਾਦਰ ਹੋਤ ਜਹਾਂ ਸਿਮਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ ਜਹਰਾ ਜਹੂਰ 10 ਪਾਤਸ਼ਾਹੀਆਂ ਜੀ ਕੇ ਪਾਵਨ ਪਵਿੱਤਰ ਸਰੂਪ ਕਰੁਣਾ ਨਿਧਾਨ ਜਗ ਦਾਤੇ ਭਗਤ ਵਛਲ ਮਿਹਰਾਮਤਾਂ ਦਾ ਸਾਗਰ ਨਿਹਚਲ ਚੌਰ ਛਤਰ ਤਖਤ ਕੇ ਮਾਲਕ ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਜਿਨ੍ਹਾਂ ਨੂੰ ਹਜ਼ੂਰ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋਇਆ ਹੈ। ਉੱਥੇ ਹੀ ਜਿੱਥੇ ਦਰਸ਼ਨਾਂ ਨਾਲ ਨੇਤਰਾਂ ਨੂੰ ਸਪਲਿਆਂ ਕੀਤਾ, ਉੱਥੇ ਹੀ ਮਹਾਰਾਜ ਦੀ ਪਾਵਨ ਪਵਿੱਤਰ ਵਡਿਆਈ ਸ਼ਰਵਣ ਕਰ ਆਪਾਂ ਨੂੰ ਆਪਣੇ ਕੰਨਾਂ ਨੂੰ ਹੀ ਸਪਣਿਆਂ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਵਾਜ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਵਡਿਆਈ ਕੀਰਤੀ ਸ਼ਰਵਣ ਕਰਨ ਵਾਸਤੇ ਆਪ ਨੇਤਾ ਪ੍ਰਤੀ ਗੁਰੂ ਦਰਬਾਰ ਅੰਦਰ ਸਤ ਸੰਗਤ ਦਾ ਆਨੰਦ ਮਾਣਦੇ ਹੋ। ਜਥਾ ਪ੍ਰਸੰਗ ਖਾਲਸਾ ਜੀ ਕੱਲ ਦੇ ਦੀਵਾਨ ਵਿੱਚ ਆਪ ਜੀਆਂ ਸ਼ਰਵਣ ਕੀਤਾ ਹੈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸਤਿਗੁਰਾਂ ਦੀ ਨਿਤ ਕਿਰਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਵਾ ਪੈਰ ਖਾਲਸਾ ਜੀ ਰਾਤ ਰਹਿੰਦਿਆਂ ਪਾਤਸ਼ਾਹ ਜੀ ਜਾਗ ਜਾਂਦੇ। ਸਾਹਿਬ ਭਾਈ ਰਾਮ ਕੌਰ ਜੀ ਫਿਰ ਅੱਗੇ ਜਿਵੇਂ ਉਹ ਦੱਸਿਆ ਕਿ ਜਿਹੜਾ ਪਹਿਲਾ ਪਹਿਰ ਵੈ ਦਿਨ ਦੇ ਚੜ੍ਹਾ ਤੀਕਰ ਮਹਾਰਾਜ ਜੀ ਸਮਾਧੀ ਵਿੱਚ ਲੀਨ ਰਹਿੰਦੇ। ਜਦ ਸੂਰਜ ਚੜ੍ਹ ਜਾਂਦਾ ਫਿਰ ਗਰੀਬ ਨਵਾਜ ਆਣ ਦੀ ਬਾਣ ਵਿੱਚ ਸੱਜਦੇ। ਮਹਾਰਾਜ ਜਦੋਂ ਸਮਾਧੀ ਖਾਲਸਾ ਜੀ ਖੋਲ੍ਹਦੇ ਸਨ, ਸਮਾਧੀ ਤੋਂ ਉਥਾਨ ਹੁੰਦੇ, ਗਰੀਬ ਨਵਾਜ ਦੇ ਨੇਤਰਾਂ ਦੀ ਪਹਿਲੀ ਦ੍ਰਿਸ਼ਟ ਜਿਸ ਵੀ ਪ੍ਰਾਣੀ ਮਾਤਰ ਤੇ ਪੈਂਦੀ ਉਹਦਾ ਕੋਈ ਰੋਗ ਨਾ ਰਹਿੰਦਾ। ਇਹ ਗੱਲ ਸਾਰੇ ਸੰਸਾਰ ਵਿੱਚ ਜਦੋਂ ਰੋਗੀ ਠੀਕ ਹੁੰਦੇ ਜਾ ਜਾ ਕੇ ਮਹਾਰਾਜ ਦੀ ਵਡਿਆਈ ਗਾਉਣ। ਹੁਣ ਰੋਗੀ ਤਾਂ ਸਾਰਾ ਹੀ ਸੰਸਾਰ ਵੈ, ਕੋਈ ਖਾਲਸਾ ਜੀ ਮੰਨਦੇ ਰੋਗੀ ਆ ਲੋਕ, ਕੁਝ ਖਾਲਸਾ ਜੀ ਤਣਦੇ ਰੋਗੀ ਆ। ਆਦਿ ਵਿਆਧੀ ਉਪਾਧੀ ਤੀਨੇ ਤਾਪ ਜਿਹੜੇ ਵਾ ਸਾਰੇ ਸੰਸਾਰ ਨੂੰ ਚੰਬੜੇ ਹੋਏ ਆ। ਮਨ ਦੇ ਰੋਗ ਮਿਟਾਉਣ ਵਾਲੇ ਵੀ ਆਉਂਦੇ ਵੈ, ਸਰੀਰ ਦੇ ਰੋਗ ਮਿਟਾਉਣ ਵਾਲੇ ਕੋੜੀ ਆਦਿਕ ਜਿਹੜੇ ਵੈ ਭਿਅੰਕਰ ਰੋਗਾਂ ਦੇ ਮਾਰੇ ਜਿਨ੍ਹਾਂ ਦਾ ਇਲਾਜ ਵੈਦਾਂ ਕੋਲ ਨਹੀਂ। ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਪਾਸ ਖਡੂਰ ਸਾਹਿਬ ਆਉਣ ਲੱਗੇ। ਦਿਨ ਚੜ੍ਹਦੇ ਤੀਕਰ ਤਾਂ ਇੱਥੇ ਖਡੂਰ ਸਾਹਿਬ ਬੜੀਆਂ ਲੰਮੀਆਂ ਕਤਾਰਾਂ ਰੋਗੀਆਂ ਦੀਆਂ ਲੱਗ ਜਾਣ। ਬੜੇ ਜੀਵਾਂ ਦੀ ਕਲਿਆਣ ਗਰੀਬ ਨਵਾਜ ਨੇ ਕੀਤੀ ਨੇਤਰਾਂ ਦੀ ਦ੍ਰਿਸ਼ਟੀ ਨਾਲ। ਜਿੱਥੇ ਬਾਹਰ ਦੇ ਰੋਗ ਕੱਟੇ ਉੱਥੇ ਖਾਲਸਾ ਜੀ ਹਉਮੈ ਦੀਰਘ ਰੋਗ ਹੈ। ਇਹੋ ਜੇ ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜੋ ਕੰਚਨ ਸੁਹਾਗਾ ਟਲ ਹੈ, ਐਸੇ ਰੋਗ ਵੀ ਕੱਟੇ ਹੈ। ਫਿਰ ਖਾਲਸਾ ਜੀ ਇੱਕ ਪਹਿਰ ਕੀਰਤਨ ਮਹਾਰਾਜ ਜੀ ਸੁਣਦੇ। ਲਾਂਗਰੀ ਸਿੰਘ ਆ ਮਹਾਰਾਜ ਦੇ ਗਾੜੀ ਬੇਨਤੀ ਕਰਦਾ, ਦੋਵੇਂ ਹੱਥ ਜੋੜੇ, ਹਜੂਰ ਮਾਰੇ ਪ੍ਰਸ਼ਾਦਾ ਪਾਣੀ ਤਿਆਰ ਹੈ, ਕਰੋ ਕਿਰਪਾ ਮਹਾਰਾਜ ਜੀ, ਭੋਗ ਲਾਓ ਛਕੋ ਮਹਾਰਾਜ। ਗਰੀਬ ਨਵਾਜ ਸਿੱਖ ਦੀ ਬੇਨਤੀ ਸੁਣ ਉੱਠ ਕੇ ਦੀਵਾਨ ਚੋਂ ਲੰਗਰ ਹਲ ਵਾਲੇ ਪਾਸੇ ਜਾਂ ਪੰਗਤਾਂ ਜਿੱਥੇ ਸਜੀਆਂ ਉੱਥੇ ਜਾ ਪਹੁੰਚਦੇ। ਮਗਰ ਹੀ ਸਿੱਖ ਸੰਗਤਾਂ ਇੱਕੋ ਹੀ ਪੰਗਤ ਵਿੱਚ ਲੰਗਰ ਹਜ਼ੂਰ ਮਹਾਰਾਜ ਸਿੱਖਾਂ ਦੇ ਨਾਲ ਛਕਦੇ। ਚਾਰੇ ਵਰਨ ਕੀ ਖਾਲਸਾ ਜੀ ਰਾਜੇ ਕੀ ਗਰੀਬ ਸਭ ਜਾਤ ਪਾਤ ਦਾ ਭੇਦ ਮਿਟਾ ਕਰਕੇ ਇੱਕੇ ਜਗ੍ਹਾ ਲੰਗਰ ਪ੍ਰਸ਼ਾਦਾ ਪਾਣੀ ਛਕ ਕੇ ਤ੍ਰਿਪਤੀ ਕਰਦੇ। ਉਹਦੇ ਬਾਅਦ ਫਿਰ ਜਦੇ ਦਿਨ ਖਾਲਸਾ ਜੀ ਇੱਕ ਪਹਿਰ ਬਤੀਤ ਹੁੰਦਾ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਖਡੂਰ ਸਾਹਿਬ ਦੇ ਜਿੰਨੇ ਬਾਲੇ ਵੈ ਭਾਵ ਛੋਟੇ ਬੱਚੇ ਉਹਨਾਂ ਨੂੰ ਆਪਦੇ ਪਾਸ ਬੁਲਾਉਂਦੇ।
ਉਹਨਾਂ ਨੂੰ ਗੁਰਮੁਖੀ ਦੇ ਅੱਖਰ ਸਿਖਾਏ ਹਜ਼ੂਰ ਨੇ, ਗੁਰਮਤਿ ਦੇ ਜਾਣੂ ਕਰਵਾਇਆ। ਬਹੁਤਾ ਸਮਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਬੱਚਿਆਂ ਵਿੱਚ ਬਿਤਾਉਂਦੇ ਆ। ਫਿਰ ਇਸ ਦੇ ਇਲਾਵਾ ਜਦੋਂ ਥੋੜ੍ਹਾ ਹੋਰ ਖਾਲਸਾ ਜੀ ਦੁਪਹਿਰ ਵੇਲਾ ਹੋਣ ਦੇ ਪਹਿਲੇ ਹੀ ਗਰੀਬ ਨਵਾਜ਼ ਫਿਰ ਜਿਹੜੇ ਮੱਲ ਹੁੰਦੇ ਵੈ ਪਹਿਲਵਾਨ ਸੀ ਖਡੂਰ ਸਾਹਿਬ ਜਾਂ ਇਲਾਕੇ ਦੇ, ਉਹ ਨੌਜਵਾਨ ਗੱਭਰੂਆਂ ਨੂੰ ਬੁਲਾ ਸੱਚੇ ਪਾਤਸ਼ਾਹ ਦੀ ਉਹਨਾਂ ਦੀ ਕੁਸ਼ਤੀ ਘੋਲ ਕਰਵਾਉਂਦੇ ਤੇ ਆਪ ਵੇਖਦੇ। ਇਸੇ ਤਰ੍ਹਾਂ ਬੜਿਆਂ ਜੀਵਾਂ ਤੇ ਮਹਾਰਾਜ ਜੀ ਦਇਆ ਕਰਦੇ। ਮਗਰਲਾ ਖਾਲਸਾ ਜੀ ਫਿਰ ਜਿਹੜਾ ਪਹਿਰ ਫਿਰ ਦੀਵਾਨ ਸੱਜ ਜਾਂਦਾ, ਦੀਵਾਨ ਵਿੱਚ ਹਜ਼ੂਰ ਇਸ਼ਨਾਨ ਪਾਣ ਕਰਕੇ ਬੈਠ ਜਾਂਦੇ। ਮਗਰਲੇ ਪਹਿਰ ਸੰਗਤਾਂ ਮਹਾਰਾਜ ਦੇ ਚਰਨ ਪਰਸਦੀਆਂ, ਮਹਾਰਾਜ ਸਿੰਘਾਸਣ ਤੇ ਸੁਭਾਏਮਾਨ ਨੇਤਰ ਬੰਦ ਕਰ ਲੈਂਦੇ। ਜ਼ਿਆਦਾਤਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੀ ਕਥਾ ਸਾਖੀਆਂ ਮਹਾਰਾਜ ਜੀਆਂ ਨੂੰ ਸਿੱਖ ਸੁਣਾਉਂਦੇ, ਮਹਾਰਾਜ ਸਿੱਖਾਂ ਨੂੰ ਸੁਣਾਉਂਦੇ। ਹੋਰ ਕੋਈ ਸੰਸਾਰੀ ਕਾਰ ਵਿਹਾਰ ਦੀ ਗੱਲ ਕੋਈ ਸਿੱਖ ਕਰਦਾ ਮਰਜ ਉੱਥੇ ਟੋਕ ਦਿੰਦੇ। ਐਸਾ ਹੈ ਖਡੂਰ ਸਾਹਿਬ ਦਾ ਪਾਵਨ ਪਵਿੱਤਰ ਨਗਰ, ਮਹਾਰਾਜ ਜੀ ਭਾਗ ਲਾ ਰਹੇ ਆ। ਇੱਕ ਪਹਿਰ ਰਾਤ ਜਦੋਂ ਖਾਲਸਾ ਜੀ ਭਾਵ ਕੇ ਰਾਤ ਆਰੰਭ ਹੁੰਦੀ, ਰਾਤ ਦਾ ਪਹਿਲਾ ਪਹਿਰ ਮਹਾਰਾਜ ਜੀ ਫਿਰ ਸਮਾਧੀ ਵਿੱਚ ਲੀਨ ਹੁੰਦੇ, ਫਿਰ ਬਰਾਜ ਜਾਂਦੇ। ਇਹ ਮਹਾਰਾਜ ਦੀ ਨਿੱਤ ਕਿਰਿਆ। ਇੱਧਰ ਫਿਰ ਗੋਰਖਨਾਥ ਦੇ ਜਿੰਨੇ ਚੇਲੇ ਸੀ ਜਾਂ ਇਹ ਮਛਿੰਦਰ ਨਾਥ ਵਰਗੇ ਗੁਰੂ, ਉਹਨਾਂ ਵਿਚਾਰ ਕੀਤਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਬੜੇ ਮਹਾਨ ਗੁਰੂ ਹੋਏ ਆ, ਜਿਨ੍ਹਾਂ ਸਾਰੇ ਪੀਰਾਂ ਫਕੀਰਾਂ ਨੂੰ ਜਿੱਤਿਆ, ਕੋਈ ਉਹਨਾਂ ਦੇ ਮੋਹਰੇ ਨਾ ਅੜਿਆ। ਸੁਣਿਆ ਉਹ ਸੱਚਖੰਡ ਪਿਆਨਾ ਕਰ ਗਏ ਆ, ਜਿਹਨੂੰ ਹੁਣ ਗੁਰਤਾ ਦੇ ਕੇ ਗਏ ਆ। ਪਰਖੀਏ ਤਾਂ ਸਹੀ ਵੀ ਗੁਰੂ ਨਾਨਕ ਪਾਤਸ਼ਾਹ ਜਿੰਨਾ ਬਲ ਸ਼ਕਤੀ ਹੈ ਕਿ ਐਵੇਂ ਗੁਰਤਾ ਤੇ ਸੁਭਾਏਮਾਨ ਉਹ ਗੁਰੂ ਅਖਵਾਉਂਦੇ ਆ। ਕਿਉਂਕਿ ਸਿੱਧ ਖਾਲਸਾ ਜੀ ਖੁਣ ਸਿਖਾਉਂਦੇ ਸੀ ਗੁਰੂ ਘਰ ਤੋਂ ਕਿ ਸਾਡੀ ਪੂਜਾ ਹੋਵੇ, ਇਹ ਸਾਖੀ ਪੂਜਾ ਕਰਵਾਉਂਦੇ ਸੀ। ਇਸ ਕਰਕੇ ਫਿਰ ਸਿੱਧ ਖਡੂਰ ਸਾਹਿਬ ਆਏ। ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਨੂੰ ਆਦੇਸ਼ ਕੀਤੀ, ਨਮਸਕਾਰ ਕੀਤੀ। ਫਿਰ ਦੱਸਿਆ ਵੀ ਮਹਾਰਾਜ ਯੋਗ ਤੋਂ ਬਿਨਾਂ, ਯੋਗ ਸਾਧਨ ਤੋਂ ਬਿਨਾਂ ਤਾਂ ਮੁਕਤੀ ਜਾਂ ਬ੍ਰਹਮ ਗਿਆਨ ਨਹੀਂ ਪ੍ਰਾਪਤ ਹੋਣਾਗਾ। ਤੇ ਤੁਸੀਂ ਸਿੱਖਾਂ ਨੂੰ ਨਾ ਆਪ ਯੋਗ ਕਰਦੇ ਹੋ, ਨਾ ਤੁਸੀਂ ਸਿੱਖਾਂ ਨੂੰ ਦੱਸਦੇ ਹੋ ਯੋਗ ਸਾਧਨ ਦਾ ਕੁਝ। ਇਹਦੇ ਅਸ਼ਟਾਂਗ ਜਿਹੜੇ 8 ਅੰਗ ਹਨ। ਤਾਂ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਵੀ ਸਿੱਧੋ ਹੁਣ ਸਮਾਂ ਨਹੀਂ, ਹੁਣ ਅਬ ਕਲੂ ਆਇਓ ਇੱਕ ਨਾਮ ਬੋਵਹ ਅਨਰੂਤ ਨਾਹੀ ਮਤ ਪਰਮ ਫੂਲਹ। ਹੁਣ ਕਲਯੁਗ ਦਾ ਸਮਾਂ ਹੈ। ਕਲ ਕੇਵਲ ਨਾਮ ਆਧਾਰ। ਕਲਯੁਗ ਵਿੱਚ ਕੇਵਲ ਤੇ ਕੇਵਲ ਨਾਮ ਯੋਗ ਹੈ ਜਾਂ ਭਗਤੀ ਯੋਗ ਹੈ। ਤੋ ਫਿਰ ਸਿੱਧਾਂ ਨੂੰ ਮਹਾਰਾਜ ਜੀਆਂ ਨੇ, ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੱਸਿਆ ਸੀ ਕਿ ਯੋਗ ਕੈਸਾ ਹੋਵੇ। ਮਾਰੇ ਕਹਿੰਦੇ ਜੋਗੀ ਤਾਂ ਉਹ ਹੈ ਭਾਈ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਪਾਈ ਹੈ। ਕਾਲਸ ਤੋਂ ਰਹਿਤ, ਮਾਇਆ ਰੂਪੀ ਕਾਲਸ ਦੇ ਵਿੱਚ ਰਹਿੰਦਿਆਂ ਹੋਇਆਂ ਜਾਂ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿਣਾ, ਉਹ ਜੋਗੀ ਹੈ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਆ, ਜੋਗ ਨਾ ਮੁੰਦੀ ਮੂਡ ਮੁਡਾਇਆ, ਜੋਗ ਨਾ ਸਿੰਘੀ ਵਾਈਆ। ਐਸੇ ਬਚਨ ਮਹਾਰਾਜ ਜੀਆਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਸੂਹੀ ਰਾਗ ਦਾ ਬਚਨ ਸੁਣਾ ਕੇ ਨਿਹਾਲ ਕੀਤਾ। ਜੋਗੀ ਸੁਣ ਕੇ ਹਜ਼ੂਰ ਦੇ ਚਰਨੀ ਡਿੱਗ ਪਏ। ਮਹਾਰਾਜ ਨੇ ਦੱਸਿਆ ਤੀਰਥਾਂ ਤੇ ਵੀ ਜਾਣ ਨਾਲ ਕੋਈ ਪਰਮੇਸ਼ਰ ਨਾਲ ਜੋੜ ਨਹੀਂ ਪੈਂਦਾ ਜੇ ਮਨ ਵਿੱਚ ਮੈਲ ਹੈ। ਇਸ ਪ੍ਰਕਾਰ ਪ੍ਰਮਾਣ ਦੇ ਕੇ ਹਜ਼ੂਰ ਨੇ ਫਿਰ ਜਦੋਂ ਇਹਨਾਂ ਦੀ ਸ਼ੰਕੇ ਦੀ ਨਿਵਰਤੀ ਕੀਤੀ ਹੈ, ਅੱਗੇ ਫਿਰ ਜਿਵੇਂ ਕਥਾ ਆਉਂਦੀ ਹੈ ਮਹਾਰਾਜ ਦੇ ਚਰਨੀ ਲੱਗਦੇ ਆ ਸਿੱਧ। ਇਹਦੇ ਬਾਅਦ ਖਾਲਸਾ ਜੀ ਜਿਹੜਾ ਬਾਬਰ ਦਾ ਪੁੱਤਰ ਸੀਗਾ ਹੁਮਾਯੂ, ਉਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਕਰਕੇ ਫਿਰ ਕਿਵੇਂ ਇੱਥੇ ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੀ ਓਟ ਤੱਕਦਾ ਹੈ, ਉਹ ਸਾਰਾ ਕੌਤਕ ਪ੍ਰਸੰਗ ਅੱਗੇ ਆ ਰਿਹਾ ਹੈ। ਮਨ ਚਿਤ ਬਿਰਤੀਆਂ ਇਕਾਗਰ ਕਰੋ, ਸਭ ਸੰਗਤ ਰਸਨਾ ਕਰੋ ਜੀ ਪਵਿੱਤਰ। ਆਖਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਵਈਆ ਹਾਦਰ ਹੋਤ ਜਹਾਂ ਸਿਮਰੇ। ਤੋ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦੀ ਮਹਿਮਾ ਦਾ ਮੰਗਲ ਕਰ ਰਹੇ ਹੈ। ਹਾਦਰ ਹੋਤ ਜਹਾਂ ਸਿਮਰੇ। ਕੋਈ ਸਿੱਖ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਿੱਥੇ ਸਿਮਰੀਏ
ਹਾਜ਼ਰ ਹੋਤ, ਉੱਥੇ ਹੀ ਹਾਜ਼ਰ ਹੋ ਜਾਣ ਵਾਲੇ ਆ। ਜਿੱਥੇ ਵੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦੇ ਆਵੈ ਤਾਏ, ਭਜੀਆਂ ਨਿਧੀਆਂ ਸਿੱਧੀਆਂ ਘਰ ਵਿੱਚ ਆਉਂਦੀਆਂ। ਐਸੇ ਹਨ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ। ਸੁਖ ਸਾਗਰ ਜਾਹੇ ਭਿਖੇਸਰ ਸਾਦਰ। ਤੇ ਇਸ ਪ੍ਰਕਾਰ ਸੁੱਖਾਂ ਦੇ ਸਾਗਰ ਹਨ ਗੁਰੂ ਤੇਗ ਬਹਾਦਰ ਜੀ ਮਹਾਰਾਜ। ਜਾਹੇ ਭਿਖੇ ਸੁਰ ਸਾਦਰ, ਸੁਰ ਦੇਵਤੇ ਵੀ ਜਿਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੂੰ ਆਦਰ ਦੇ ਨਾਲ ਵੇਖਦੇ ਵੇ। ਹਿੰਦੁਸਤਾਨ ਦੀ ਪੱਤ ਬਚਾਈ, ਇੱਜ਼ਤ ਆਬਰੋ ਬਚਾਈ ਤਾਂ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ। ਜਿੱਥੇ ਹਿੰਦੁਸਤਾਨ ਦੇ ਹਿੰਦੂਆਂ ਦੀ ਦੇਵੀ ਦੇਵਤਿਆਂ ਨਾ ਬਾਂਹ ਪਕੜੀ, ਤੋ ਉੱਥੇ ਖਾਲਸਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ ਹਿੰਦੁਸਤਾਨ ਦੀ ਲੱਥੀ ਪੱਗ ਨੂੰ ਇਸ ਦੇ ਸੀਸ ਤੇ ਰੱਖਿਆ। ਇਸ ਕਰਕੇ ਦੇਵਤੇ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਬੜੇ ਆਦਰ ਸਤਿਕਾਰ ਨਾਲ ਕਰਦੇ ਵੇ। ਅਥਵਾ ਜਿਨ੍ਹਾਂ ਨੇ ਭਾਈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕਰ ਲਏ, ਜਿਨ੍ਹਾਂ ਸਿੱਖਾਂ ਨੇ ਸੁਰ ਸਾਦਰ, ਫਿਰ ਉਹਨਾਂ ਨੂੰ ਦੇਵਤੇ ਵੀ ਆਦਰ ਨਾਲ ਵੇਖਦੇ ਵੇ, ਆਦਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ। ਸਾਦਰ ਕੇ ਇੱਕ ਆਤਮ ਗਿਆਨ। ਤੋ ਸਦਾ ਹੀ ਇੱਕੋ ਇੱਕ ਆਤਮ ਗਿਆਨ ਵਿੱਚ ਜਿਹੜੇ ਰਚੇ ਰਹਿੰਦੇ ਵੇ, ਸਦਾ ਆਤਮ ਗਿਆਨ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹ ਤਦਾਕਾਰ ਰਹਿੰਦੇ ਹਨ। ਬੜੀ ਵਿਸ਼ਿਆ ਤਪ ਕੋ ਵੱਡ ਬਾਦਰਾ। ਜਿਹੜੀ ਬੜੀ ਵਿਸ਼ਿਆਂ ਦੀ ਆਤਪ ਕਹੀਏ ਧੁੱਪ ਹੈ, ਕੋ ਵੱਡ ਬਾਦਰ, ਵਿਸ਼ਿਆਂ ਦੀ ਜਾਂ ਵਿਸ਼ਿਆਂ ਰੂਪੀ ਜਿਹੜੀ ਧੁੱਪ ਪੈ ਰਹੀ ਸੰਸਾਰ ਤੇ, ਇਹਦੇ ਵਾਸਤੇ ਵੱਡ ਬਾਦਰ, ਵੱਡੇ ਬੱਦਲ ਵਰਗੇ। ਜਿਵੇਂ ਉਹ ਬੱਦਲ ਆ ਜਾਵੇ, ਸੂਰਜ ਮੋਹਰੇ ਧੁੱਪ ਨਹੀਂ ਰਹਿੰਦੀ, ਫਿਰ ਉਹ ਧਰਤੀ ਤੇ ਸ਼ਾਮ ਪਰਛਾਵੇਂ ਨਾਲ ਪੈਂਦੀ, ਉਹ ਠੰਡਾ ਹੋ ਜਾਂਦਾ। ਇਸੇ ਤਰ੍ਹਾਂ ਵਿਸ਼ਿਆਂ ਦੀ ਧੁੱਪ ਨੂੰ ਦੂਰ ਕਰਨ ਵਾਸਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਵੱਡੇ ਬੱਦਲ ਦੀ ਨਿਆਈ ਹਨ। ਬਾਦਰ ਹੈ ਸਿੱਖ ਹੋਇ ਨਰ ਸੋ। ਤੇ ਸਿੱਖਾਂ ਦੇ ਘਰੇ ਜਨਮ ਲੈ ਕਰਕੇ ਵੀ ਕੋਈ ਭਾਈ ਬਾਦਰ ਹੈ, ਬਾਦ ਕਈ ਵਾਂਝਾ ਰਹਿ ਜਾਵੇ, ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕੀਤਿਓ ਸਿਮਰੇ ਬਿਨਾਂ ਜਾਂ ਦਰਸ਼ਨਾਂ ਬਿਨਾਂ। ਸੋ ਇਸ ਪ੍ਰਕਾਰ ਕਵੀ ਜੀ ਕਹਿੰਦੇ ਬਾਦਰ ਹੈ ਸਿੱਖ ਹੋਇ ਨਰ ਸੋ। ਕਹਿੰਦੇ ਵੈ ਜਿਹੜਾ ਸਿੱਖਾਂ ਘਰੇ ਜਨਮ ਲੈ ਕੇ ਹੀ ਬਾਦ ਕਈ ਵਿਅਰਥ ਰਹਿ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ, ਜਿਹਨੇ ਕਦੇ ਧਿਆਇਆ ਨਾ। ਜਿਨ ਜਾਣਿਓ ਨਹੀਂ ਜੋ ਇਹੀ ਜਗ ਕਾਦਰ। ਤੋ ਸੋ ਨਰ ਬਾਦ ਰਹਿ ਸਿੱਖ ਹੋਇ। ਕਹਿੰਦੇ ਕਵੀ ਜੀ ਕਿ ਉਹ ਮਨੁੱਖ ਸਿੱਖ ਹੋ ਕਰਕੇ ਵੀ ਵਿਅਰਥ ਰਹਿ ਗਏ ਮਹਾਰਾਜ ਦੀ ਮਹਿਮਾ ਤੋਂ। ਕਿਹੜੇ? ਜਾਣਿਓ ਨਹੀਂ ਜੋ ਇਹੀ ਜਗ ਕਾਦਰ, ਜਿਨ੍ਹਾਂ ਨੇ ਇਹ ਗੱਲ ਜਾਣੀ ਨਹੀਂ ਵੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਉਹ ਸੰਸਾਰ ਦੇ ਕਾਦਰ ਹਨ, ਮਾਲਕ ਹਨ, ਕਾਦਰ ਕਰੀਮ ਹਨ, ਵੱਡਿਆਂ ਤੋਂ ਵੱਡੇ ਹਨ। ਕਹਿੰਦੇ ਉਹ ਸਿੱਖਾਂ ਦੇ ਘਰੇ ਚਾਹੇ ਜੰਮੇ ਹੀ ਆ, ਪਰ ਉਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਦੀ ਮਹਿਮਾ ਦਾ ਪਤਾ ਨਹੀਂ ਲੱਗਿਆ। ਉਹ ਵਿਚਾਰੇ ਸਿੱਖਾਂ ਘਰੇ ਜੰਮ ਕੇ ਵੀ ਵਿਅਰਥ ਹੀ ਰਹਿ ਗਏ, ਖਾਲੀ ਰਹਿ ਗਏ ਹਨ। ਕਾ ਦਰ ਹੈ ਜਮ ਕੋ ਤਿਨ ਜੀਵਨ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਫਿਰ ਮਹਾਰਾਜ ਦੀ ਸਿਫਤੀ ਤੋਂ ਜਾਣੂ ਜਿਹੜੇ ਹੈ, ਜਿਨ੍ਹਾਂ ਮਹਿਮਾ ਗਾਈ, ਕਾ ਦਰ ਹੈ ਜਮ ਕੋ ਤਿਨ ਜੀਵਨ। ਉਹਨਾਂ ਜੀਵਾਂ ਨੂੰ, ਉਹਨਾਂ ਸਿੱਖਾਂ ਨੂੰ ਕੀ ਡਰ ਹੈ ਭਾਈ ਫਿਰ ਜਮ ਦਾ ਕੋਈ ਡਰ ਨਹੀਂ। ਅੰਤ ਭਜੈ ਗੁਰ ਤੇਗ ਬਹਾਦਰ। ਕਿਹਨਾਂ ਨੂੰ? ਜਿਨ੍ਹਾਂ ਨੇ ਅੰਤਲੇ ਸਮੇਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਧਿਆਨ ਧਰਿਆ। ਜਿਹੜੇ ਅੰਤਲੇ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਸਿਮਰਦੇ ਗਏ, ਉਹਨਾਂ ਨੂੰ ਖਾਲਸਾ ਜੀ ਜਮ ਦੇ ਡਰ ਦਾ, ਜਮ ਦਾ ਕਾ ਦਰ ਹੈ, ਦਰ ਡੱਡਾ ਸਵਰਣੀ ਹੈ, ਇਸ ਕਰਕੇ ਕਾ ਡਰ ਹੈ ਜਮ ਕੋ ਤਿਨ। ਉਹਨਾਂ ਜੀਵਾਂ ਨੂੰ ਕੀ ਡਰ ਹੈ ਭਾਈ, ਜਮ ਦਾ ਕੋਈ ਡਰ ਨਹੀਂ। ਆਦਰ ਦੇਵਤ ਜਾਮ ਧਮ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ ਗੁਰ ਕਾ ਸ਼ਬਦ ਰਖਵਾਰੇ। ਚੌਕੀ ਚੌਗਿਰਦ ਹਮਾਰੇ RAM ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਨਾ ਹੋ ਨਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਉਹ ਦੂਤ। ਇਹ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਿਨ੍ਹਾਂ ਨੇ ਸਿਮਰਿਆ ਹੈ, ਉਹਨਾਂ ਨੂੰ ਜਮ ਦਾ ਭਾਈ ਕੋਈ ਡਰ ਨਹੀਂ ਰਿਹਾ ਹੈ। ਵਾਹਿਗੁਰੂ ਸਾਹਿਬ ਜੀਓ ਚੌਪਈ ਸੁਨਹੁ ਨਾਥ ਹਮਰਾ ਇਹ ਜੋਗ। ਮਹਾਰਾਜ ਨੇ ਸਾਧ ਸੰਗਤ ਜੀਓ ਜਥਾ ਕੱਲ ਪ੍ਰਸੰਗ ਜਿਹੜਾ ਵਿੱਚ ਰਹਿ ਗਿਆ ਸੀ, ਜਦੋਂ ਮਹਾਰਾਜ ਨੇ ਸੂਹੀ ਰਾਗ ਦਾ ਗੁਰੂ ਨਾਨਕ ਪਾਤਸ਼ਾਹ ਦਾ ਬਚਨ ਸ਼ਬਦ ਸੁਣਾਇਆ, ਅੰਜਨ ਮਾਹੇ ਨਿਰੰਜਨ ਰਹੀਆ ਜੋਗ ਜੁਗਤ ਤਉ ਪਾਈਐ। ਇਹ ਸਾਰਾ ਗਰੀਬ ਨਵਾਜ ਨੇ ਉਪਦੇਸ਼ ਦੇਣ ਤੋਂ ਬਾਅਦ ਫਿਰ
ਕਵੀ ਜੀ ਕਹਿੰਦੇ ਫਿਰ ਮਹਾਰਾਜ ਦੱਸਦੇ ਵੈ ਸੁਨਹੁ ਨਾਥ ਹਮਰਾ ਜੋਗ ਇਹ ਜੋਗ ਹੈ ਨਾਥ ਜੀ ਗੋਰਖਨਾਥ ਹੈ ਸਿੱਧੋ ਸੁਣੋ ਭਾਈ ਸਾਡੇ ਇਸ ਗੁਰੂ ਨਾਨਕ ਮਹਾਰਾਜ ਦੇ ਘਰ ਦਾ ਕੀ ਜੋਗ ਹੈ। ਪਾਏ ਪ੍ਰਮਾਤਮ ਜਾਏ ਵਿਯੋਗ ਜਿਹੜਾ ਪਰਮ ਆਤਮਾ ਨੂੰ ਪ੍ਰਾਪਤੀ ਹੋ ਜਾਵੇ ਜਿਹਦੇ ਤੇ ਜਾਏ ਵਿਜੋਗ ਜਿਹੜਾ ਜਨਮਾਂ ਜਨਮਾਂਤਰਾਂ ਦਾ ਵਿਜੋਗ ਜੀਵਾਂ ਨੂੰ ਵਿਛੋੜਾ ਹੈ ਉਹ ਜਾਏ ਕਹੀਏ ਚਲੇ ਜਾਂਦਾ ਹੈ ਜਿਸ ਦੀ ਪ੍ਰਾਪਤੀ ਨਾਲ ਸਹਿਜ ਜੋਗ ਸੰਤਨ ਮਤ ਐਸੇ ਜਿਹੜਾ ਸਹਿਜ ਜੋਗ ਹੈ ਨਾਮ ਜਪ ਕੇ ਖਾਲਸਾ ਜੀ ਜਿਹੜਾ ਸਹਿਜ ਪ੍ਰਾਪਤ ਹੁੰਦਾ ਹੈ ਸਹਿਜ ਜੋਗ ਜਿਹੜਾ ਉਹ ਮਹਾਰਾਜ ਕਹਿੰਦੇ ਭਾਈ ਸੰਤਾਂ ਦਾ ਮਤ ਤਾਂ ਐਸਾ ਵੈ ਸਹਿਜ ਜੋਗ ਦੇ ਅਧੀਨ ਵੈ ਜਾਂ ਸਹਿਜ ਜੋਗ ਦੇ ਵਿੱਚ ਤਦਾਕਾਰ ਹੈ। ਸੰਸੈ ਭਰਮ ਨ ਕੀਜੈ ਕੈਸੇ ਤੇ ਕਦੇ ਵੀ ਸੰਸਾ ਜਾਂ ਭਰਮ ਨਹੀਂ ਭਾਈ ਸਿੱਧੋ ਕਰਨਾ ਚਾਹੀਦਾ ਵੀ ਸਹਿਜ ਜੋਗ ਨਾਲ ਕਿਵੇਂ ਬ੍ਰਹਮਾਨੰਦ ਪ੍ਰਾਪਤ ਹੋਵੇਗਾ ਬ੍ਰਹਮ ਗਿਆਨ ਪ੍ਰਾਪਤ ਹੋਵੇਗਾ ਕਿਵੇਂ ਪਰਮਾਤਮਾ ਵਿੱਚ ਲੀਨ ਹੋਈਦਾ ਹੈ ਸਹਿਜ ਜੋਗ ਕਰਕੇ ਇਹ ਸਿੱਧੋ ਭਾਈ ਭਰਮ ਨਾ ਕਰੋ ਨਾ ਸੰਸਾ ਕਰੋ। ਸ੍ਰੀ ਮੁਖ ਵਾਕ ਦੀਖਿਆ ਆਪ ਬੁਝਾਇਆ ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸਦੇ ਵੈ ਦੀਖਿਆ ਆਖ ਬੁਝਾਇਆ ਦੀਖਿਆ ਜਿਹੜੀ ਹੈ ਉਹ ਜਿਹੜਾ ਪਰਮੇਸ਼ਰ ਦਾ ਆਖਿਆ ਹੋਇਆ ਪਰਮੇਸ਼ਰ ਨੇ ਜਿਨ੍ਹਾਂ ਤੇ ਨੀਤ ਕੀਤੀ ਉਹਨਾਂ ਨੂੰ ਬੁਝਾਇਆ ਆਪਣਾ ਹੁਕਮ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੈ। ਸਿਫਤੀ ਸੱਚ ਸਮੇਓ ਉਹ ਫਿਰ ਪਰਮੇਸ਼ਰ ਦੀ ਸੱਚੀ ਸਿਫਤ ਦੇ ਨਾਲ ਸਮੇਓ ਕਹੀਏ ਮਿਲ ਜਾਂਦੇ ਹਨ ਲੱਗਦੇ ਆ ਪਰਮੇਸ਼ਰ ਦੀ ਸਿਫਤੀ ਅੰਦਰ। ਤਿਨ ਕਾ ਕਿਆ ਉਪਦੇਸੀ ਹੈ ਬਾਕੀ ਭਾਈ ਸਿੱਧੋ ਉਹਨਾਂ ਨੂੰ ਕਿਆ ਉਪਦੇਸੀ ਹੈ ਉਹਨਾਂ ਨੂੰ ਕੀ ਤੁਸੀਂ ਉਪਦੇਸ਼ ਕਰੋਗੇ। ਜਿਨ ਗੁਰੂ ਨਾਨਕ ਦਿਓ ਇਹ ਆਏ ਸੀ ਨਾ ਵੀ ਮਹਾਰਾਜ ਸਿੱਖਾਂ ਨੂੰ ਤੁਸੀਂ ਆਖੇ ਯੋਗ ਸਾਧਨ ਕਹੋ ਕਹਿੰਦੇ ਭਾਈ ਸਿੱਖਾਂ ਨੂੰ ਤੁਸੀਂ ਕੀ ਉਪਦੇਸ਼ ਦਿਓਗੇ। ਤਿਨ ਕਹੋ ਕਿਆ ਉਪਦੇਸੀ ਹੈ ਜਿਹਨੂੰ ਗੁਰੂ ਨਾਨਕ ਦਿਓ ਜਿਨ੍ਹਾਂ ਦੇ ਇਸ਼ਟ ਦੇਵ ਧੰਨ ਗੁਰੂ ਨਾਨਕ ਪਾਤਸ਼ਾਹ ਹਨ ਉਹਨਾਂ ਨੂੰ ਕੋਈ ਉਪਦੇਸ਼ ਦੀ ਲੋੜ ਨਹੀਂ। ਦੀਖਿਆ ਆਖ ਬੁਝਾਇਆ ਦੀਖਿਆ ਭਾਵ ਦਰਸ਼ਨ ਕੀਤੇ ਜਿਨ੍ਹਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣਾ ਉਪਦੇਸ਼ ਆਖ ਕੇ ਸੁਣਾ ਕੇ ਤੇ ਪਰਮੇਸ਼ਰ ਜਾਂ ਬ੍ਰਹਮਾਨੰਦ ਬੁਝਾਇਆ ਜਣਾ ਦਿੱਤਾ ਹੈ ਉਹ ਫਿਰ ਸਿਫਤੀ ਸੱਚ ਸਮਿਓ ਪਰਮੇਸ਼ਰ ਦੀ ਸੱਚੀ ਸਿਫਤ ਸਲਾਘਾ ਵਿੱਚ ਜੁੜੇ। ਤਿਨ ਕੋ ਕਿਆ ਉਪਦੇਸੀ ਹੈ ਐਸੇ ਉਹ ਬਾਬਾ ਬੁੱਢਾ ਸਾਹਿਬ ਜੀ ਵਰਗੇ ਭਾਈ ਸਧਾਰਨ ਭਾਈ ਭਗੀਰਥ ਜਾਂ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਪਰਸੇ ਹੈ ਸਿੱਧੋ ਉਹਨਾਂ ਨੂੰ ਕੀ ਭਾਈ ਤੁਸੀਂ ਉਪਦੇਸ਼ ਦੇਵੋਗੇ ਗੁਰੂ ਨਾਨਕ ਮਹਾਰਾਜ ਤੋਂ ਤੁਸੀਂ ਵੱਡੇ ਨਹੀਂ ਹੋ। ਚੌਪਈ ਏਮ ਸੁਨ ਸਿੱਧ ਭਏ ਸੋ ਪ੍ਰਸੰਨ ਇਉਂ ਸਾ ਖਾਲਸਾ ਜੀ ਮਹਾਰਾਜ ਤੋਂ ਸੁਣ ਕਰਕੇ ਫਿਰ ਸਿੱਧ ਬਹੁਤ ਖੁਸ਼ ਹੋਏ ਗੁਰੂ ਅੰਗਦ ਪਾਤਸ਼ਾਹ ਦੇ ਬਚਨ ਸੁਣ। ਸ਼੍ਰੀ ਨਾਨਕ ਤੁਮ ਰੂਪ ਸੋ ਧੰਨ ਤੇ ਸਿੱਧ ਬੋਲੇ ਵਾ ਹੇ ਗੁਰੂ ਅੰਗਦ ਪਾਤਸ਼ਾਹ ਜੀ ਤੁਸੀਂ ਧੰਨਤਾ ਯੋਗ ਹੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹੀ ਦੂਸਰਾ ਰੂਪ ਹੋ। ਉਚਿਤ ਜਾਣ ਤੁਮ ਕੋ ਦਈ ਗਾਦੀ ਤੇ ਅਸੀਂ ਸੋਚਦੇ ਸੀ ਵੀ ਸ਼ਾਇਦ ਗੁਰਤਾ ਇਉਂ ਹੀ ਦੇ ਦਿੱਤੀ ਨਹੀਂ ਮਹਾਰਾਜ ਤੁਹਾਨੂੰ ਯੋਗ ਜਾਣ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪਦੇ ਥਾਵੇਂ ਥਾਪਿਆ ਹੈ। ਸਿੱਖ ਉਧਾਰਹਾ ਕਰ ਅਹਿਲਾਦੀ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਪਰਉਪਕਾਰ ਕਰਕੇ ਸਿੱਖਾਂ ਦਾ ਉਧਾਰ ਕਰ ਰਹੇ ਹੋ। ਕਰ ਆਦੇਸ਼ ਆਦੇਸ਼ ਚਲੇ ਹੈ ਇਉਂ ਇਹ ਜੋਗੀ ਲੋਕ ਜਿਹੜੇ ਵਾ ਨਮਸਕਾਰਾਂ ਕਰਦੇ ਹੋਏ ਗੁਰੂ ਅੰਗਦ ਪਾਤਸ਼ਾਹ ਤੋਂ ਵਿਦਿਆ ਲੈ ਕਰਕੇ ਚਲੇ ਗਏ। ਉਤਰ ਲੈ ਕਰ ਕਹਿਤ ਭਲਾ ਹੈ ਤੇ ਮਹਾਰਾਜ ਤੋਂ ਜਦੋਂ ਜਵਾਬ ਲਿਆ ਨਾ ਸਤਿਗੁਰਾਂ ਤੋਂ ਵੀ ਮਹਾਰਾਜ ਯੋਗ ਸਾਧਨ ਚੰਗਾ ਮਹਾਰਾਜ ਕਹਿੰਦੇ ਨਹੀਂ ਭਗਤ ਯੋਗ ਚੰਗਾ ਹੈ ਭਾਈ। ਇਹ ਜਦੋਂ ਮਹਾਰਾਜ ਨੇ ਭਗਤ ਯੋਗ ਦਾ ਨਿਰਣਾ ਕਰਕੇ ਵਿਖਾ ਦਿੱਤਾ ਤੇ ਫਿਰ ਖਾਲਸਾ ਜੀ ਸਿੱਧਾਂ ਦੇ ਸੰਸੇ ਨਿਵਰਤ ਹੋਏ। ਮਹਾਰਾਜ ਤੋਂ ਸ਼੍ਰੇਸ਼ਟ ਉੱਤਰ ਉਪਦੇਸ਼ ਲੈ ਕਰਕੇ ਚੱਲੇ ਆ ਕਹਿੰਦੇ ਮਹਾਰਾਜ ਤੁਸੀਂ ਸੱਚਮੁੱਚ ਹੀ ਬੜੇ ਸ਼੍ਰੇਸ਼ਟ ਪੁਰਖ ਹੋ। ਸ਼੍ਰੀ ਨਾਨਕ ਕਲਯੁਗ ਮਹਿ ਭਾਰੇ ਇਹ ਕਲਯੁਗ ਦੇ ਵਿੱਚ ਬੜੇ ਭਾਰੀ ਗੁਰੂ ਹੋਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਧਰ ਅਵਤਾਰ ਅਧਿਕ ਨਰ ਤਾਰੇ ਜਿਨ੍ਹਾਂ ਨੇ ਅਵਤਾਰ ਧਾਰ ਕੇ ਸੰਸਾਰ ਤੇ ਕਲਯੁਗ ਵਿੱਚ ਬੜਿਆਂ ਪਾਪੀਆਂ ਪਾਂਬਰਾਂ ਦਾ ਉਧਾਰ ਕੀਤਾ। ਮਾਰਗ ਸਕਲ ਸਰਾਹਤ ਗਏ ਤੇ ਇਸੇ ਪ੍ਰਕਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਰੂ ਗਰੀਬ ਨਵਾਜ ਜੀ ਇਸੇ ਪ੍ਰਕਾਰ ਜਿਹੜੇ ਹਨ ਉਹ ਸਲਾਉਂਦੇ ਹੋਏ ਭਾਵ ਕੇ ਮਾਰਗ ਸਕਲ ਸਲਾਹਤ ਗਏ ਉਸ ਮਾਰਗ ਨੂੰ ਸਲਾਉਂਦੇ ਹੋਏ ਜਿਸ ਪ੍ਰਕਾਰ ਗਏ ਹਨ। ਉਚਿਤ ਲਖੇ ਨਿਜ ਥਲ ਥਿਤ ਕੀਏ ਤੇ ਉਹਨਾਂ ਨੇ ਮਹਾਰਾਜ ਜੀ ਗੁਰੂ ਅੰਗਦ ਪਾਤਸ਼ਾਹ ਜੀ ਤੁਹਾਨੂੰ ਚੰਗੇ ਜਾਣ ਕੇ ਆਪਦੀ ਥਾਂ ਤੇ ਗੁਰਤਾ ਬਖਸ਼ਿਸ਼ ਕੀਤੀ ਹੈ। ਏਮ ਸ਼੍ਰੀ ਅੰਗਦ ਉੱਤਰ ਦੀਨੇ ਤੇ ਇਸ ਪ੍ਰਕਾਰ ਕਵੀ ਜੀ ਕਹਿੰਦੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਨੇ ਉੱਤਰ ਦਿੱਤਾ ਫਿਰ ਇਹਨਾਂ ਸਿੱਧਾਂ ਤਾਈਂ। ਸਿੱਖ ਚਾਹੁੰਦੇ
ਵਿੱਚ ਆਪ ਅਸੀਨੇ। ਚਾਰੇ ਪਾਸੇ ਸਿੱਖ ਬੈਠੇ, ਖਡੂਰ ਸਾਹਿਬ ਦੀ ਧਰਤੀ ਹੈ ਤੇ ਵਿਚਕਾਰ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦਾ ਆਸਣ ਡੱਠਾ ਹੈ। ਇਸ ਪ੍ਰਕਾਰ ਕੁਛ ਦਿਵਸ ਬਿਤਾਏ। ਇਸ ਤੋਂ ਬਾਅਦ ਗਰੀਬ ਨਵਾਜ ਸਿੱਧ ਚਲੇ ਗਏ ਫਿਰ, ਤੇ ਗੁਰੂ ਗਰੀਬ ਨਵਾਜ ਨੇ ਕੁਝ ਸਮਾਂ ਫਿਰ ਖਡੂਰ ਸਾਹਿਬ ਹੀ ਇਸੇ ਤਰ੍ਹਾਂ ਬਤੀਤ ਕੀਤਾ। ਦਿਨ ਪ੍ਰਤ ਬਿਦਤ ਹੈ ਜਗ ਅਧਿਕਾਏ। ਦਿਨਾਂ ਪ੍ਰਤ ਦਿਨਾਂ ਹੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਵਡਿਆਈ ਜਿਹੜੀ ਵਾ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋ ਰਹੀ ਹੈ। ਦਿੱਲੀ ਕਾ ਹਮਾਓ ਪਾਸ਼ਾਹੂ। ਜਿਹੜਾ ਬੜਾ ਭਾਰੀ ਪਾਤਸ਼ਾਹ ਸੀਗਾ, ਜਿਹੜਾ ਹਮਾਯੂ ਬਾਬਰ ਦਾ ਪੁੱਤਰ, ਭਇਓ ਰਾਜ ਵੱਡ ਸਭ ਜਗ ਮਾਹੂ। ਇਹ ਤਖਤ ਤੇ ਬੈਠਾ ਬਾਬਰ ਤੋਂ ਬਾਅਦ, ਤੇ ਬੜਾ ਭਾਰੀ ਇਹਦਾ ਬੋਲਬਾਲਾ ਸੀ, ਬੜਾ ਭਾਰੀ ਪਾਤਸ਼ਾਹ ਹੋਇਆ। ਦਵੈ ਭਰਾਤਾ ਪਠਾਨ ਵੱਡ ਸੂਰੇ। ਇਹਨੇ ਆਪਦੇ ਪਾਸ ਨਾ ਵੱਡੇ ਸੈਨਾਪਤ ਦਰਬਾਰ ਵਿੱਚ ਨਾ ਆਪਦੀ ਹਜ਼ੂਰੀ 'ਚ ਦੋ ਜਿਹੜੇ ਸਕੇ ਭਰਾ ਪਠਾਨ ਸੀਗੇ ਉਹ ਰੱਖੇ ਹੋਏ ਹਨ। ਵੱਡ ਉਮਰਾਵ ਸ਼ੌਕੀਨ ਹਦੂਰੇ। ਉਹਨਾਂ ਨੂੰ ਬੜੇ ਅਮਰਾਵ ਭਾਵ ਕੇ ਚੰਗੇ ਅਹੁਦਿਆਂ ਤੇ ਨਿਵਾਜਿਆ ਹੋਇਆ ਸੀ ਤੇ ਆਪਦੇ ਪਾਸ ਹੀ ਰੱਖਦਾ ਸੀ। ਬਿਗਰ ਪਰੇ ਦਿੱਲੀ ਪਤ ਸੰਗ। ਤੇ ਕਿਸੇ ਨਾ ਉਹ ਗੱਲੋਂ ਕਿਸੇ ਗੱਲੋਂ ਇਹ ਦੋਵੇਂ ਪਠਾਨ ਭਰਾ ਜਿਹੜੇ ਸੀ ਇਹਨੇ ਰੱਖੇ ਹੋਏ ਉਮਰਾਵ, ਕਿਸੇ ਗੱਲੋਂ ਇਹ ਹਮਾਯੂ ਦੇ ਨਾਲ ਹੀ ਖਹਿਬੜ ਪਏ, ਹਮਾਯੂ ਨਾਲ ਹੀ ਇਹਨਾਂ ਦੀ ਕਿਸੇ ਗੱਲੋਂ ਵਿਗੜ ਗਈ ਜਦ। ਗਰਭ ਠਾਣ ਚਾਹਤ ਭੇ ਜੰਗ। ਇਹ ਹੰਕਾਰੀ ਹੋ ਗਏ ਤੇ ਚਾਹੁੰਦੇ ਫਿਰ ਹੁਣ ਵੀ ਹਮਾਯੂ ਨਾਲ ਹੀ ਅਸੀਂ ਜੰਗ ਕਰੀਏ। ਇਹਦੇ ਦਰਬਾਰ 'ਚ ਹੀ ਰਹਿੰਦੇ ਸੀ, ਇਹ ਤੋਂ ਆਕੀ ਹੋ ਗਏ ਜਦੋਂ ਕਿਸੇ ਗੱਲੋਂ ਵਿਗੜੀ ਹੈ। ਸੂਰਮੇ ਸੀ ਕਾਫੀ ਬਲ ਵਾਲੇ, ਤੇ ਇਹ ਫਿਰ ਹਮਾਯੂ ਨਾਲ ਹੀ ਜੰਗ ਕਰਨ ਨੂੰ ਪਏ ਆ। ਏਕ ਸਲਾਮ ਸ਼ਾਹ ਤਿਸ ਨਾਮ। ਇੱਕ ਸਲੇਮ ਸ਼ਾਹ ਨਾਮ ਸੀ ਇੱਕ ਵੱਡੇ ਦਾ। ਸ਼ੇਰ ਸ਼ਾਹ ਦੂਸਰ ਬਲ ਧਾਮ। ਤੇ ਬੜੇ ਬਲ ਤਾਕਤ ਦਾ ਘਰ ਸੀ, ਜਿਹਦਾ ਨਾਮ ਸੀ ਸ਼ੇਰ ਸ਼ਾਹ ਨਾਮ ਹੈ ਦੂਸਰਾ। ਆਕੀ ਦੁਰਗ ਪ੍ਰਯਾਗ ਕਰ ਲੀਨਾ। ਤੇ ਇਹਨਾਂ ਨੇ ਆਕੀ ਹੋ ਕੇ ਜਿਹੜਾ ਨਾ ਇਹ ਪ੍ਰਾਗ ਰਾਜ ਤੇ ਖਾਲਸਾ ਜੀ ਤਰਬੈਣੀ ਰਾਗ, ਇਧਰ ਕੋਈ ਕਿਲਾ ਸੀਗਾ, ਉਹ ਇਹਨਾਂ ਦੋਹਾਂ ਭਾਈਆਂ ਨੇ ਜਾ ਮੱਲਿਆ। ਸਕਲ ਸਮਾਜ ਜੁੱਧ ਕੋ ਕੀਨਾ। ਤੇ ਉਹ ਕਿਲੇ ਤੇ ਕਬਜ਼ਾ ਕਰ ਲਿਆ ਦੋਵਾਂ ਪਠਾਣਾ ਭਾਈਆਂ ਨੇ, ਤੇ ਯੁੱਧ ਵਾਸਤੇ ਜਿਹੜੀ ਵੀ ਵਸਤੂ ਚਾਹੀਦੀ ਗੋਲਾ ਬਰੂਦ ਉਹ ਇਕੱਠਾ ਕਰਨ ਲੱਗ ਗਏ ਆ। ਸੁਣ ਹਮਾਓ ਨੇ ਕੀਨ ਚੜਾਈ। ਹਮਾਯੂ ਨੂੰ ਜਦ ਪਤਾ ਲੱਗਿਆ ਵੀ ਇਹ ਨਮਕ ਹਰਾਮੀ ਹੋ ਗਏ ਤੇ ਮੇਰੇ ਨਾਲ ਹੀ ਜੰਗ ਚਾਹੁੰਦੇ, ਬਗਾਵਤ ਜਿਹੜੀ ਵੀ ਉਹ ਇਹਨਾਂ ਦੇ ਹਿਰਦੇ ਵਿੱਚ ਹੈ, ਇਹ ਹਮਾਯੂ ਨੇ ਫਿਰ ਚੜ੍ਹਾਈ ਕਰ ਦਿੱਤੀ ਨਾਲ ਫੌਜ ਲੈ ਕੇ ਇਧਰ ਤਰਬੈਣੀ ਰਾਗ ਪ੍ਰਾਗ ਰਾਜ ਨੂੰ। ਮੋਹ ਪੈ ਸੈਨਾ ਬਹੁ ਸਮਦਾਈ। ਇਹਨੂੰ ਹੰਕਾਰ ਸੀ ਹਮਾਯੂ ਨੂੰ ਵੀ ਮੈਂ ਪਾਤਸ਼ਾਹ ਤੇ ਮੇਰੇ ਕੋਲ ਬੜੀ ਭਾਰੀ ਸੈਨਾ ਫੌਜ ਹੈ। ਤਿਨ ਕੇ ਨਿਕਟ ਅਲਪ ਹੀ ਆਹੇ। ਤੇ ਕਹਿੰਦੇ ਆ ਪਠਾਨ ਕੀ ਕੱਲ ਮੇਰੇ ਦਰਬਾਰ ਚੋਂ ਭੱਜੇ ਵੇ, ਇਹਨਾਂ ਕੋਲ ਕੀ ਹੋਣਾ, ਥੋੜੀ ਫੌਜ ਇਹਨਾਂ ਦੇ ਪਾਸ, ਮੈਂ ਪਾਤਸ਼ਾਹ ਸਾਰੇ ਹਿੰਦੁਸਤਾਨ ਦਾ। ਹੱਥੋਂ ਕੇ ਬੰਧੋਂ ਚੜ੍ਹ ਇਮ ਚਹੇ। ਕਹਿੰਦੇ ਜਾਂ ਹੁਣ ਇਹ ਚੜ ਕੇ ਆਇਆ ਫਿਰ ਹਮਾਯੂ ਇੱਧਰ ਜਿਹੜਾ ਵਾ ਪ੍ਰਾਗ ਰਾਜ ਨੂੰ, ਕਿਲੇ ਤੇ ਜਿੱਥੇ ਪਠਾਨ ਬੈਠੇ ਵਾ। ਕਹਿੰਦਾ ਵੀ ਜਾਂ ਮੈਂ ਮਾਰ ਦੇਣੇ ਆ ਦੋਵੇਂ ਭਰਾ, ਤੇ ਜਾਂ ਇਹਨਾਂ ਨੂੰ ਫੜ ਕੇ ਮਸ਼ਕਾਂ ਨੂੜ ਕੇ ਲੈ ਆਵਾਂਗਾ। ਪਹੁੰਚ ਪ੍ਰਯਾਗ ਜੰਗ ਕੋ ਠਾਨਾ। ਇਹਨੇ ਠਾਣ ਲਿਆ ਵੀ ਹੁਣ ਜੰਗ ਕਰਨਾ, ਤੇ ਪ੍ਰਾਗ ਰਾਜ ਨੂੰ ਪਹੁੰਚ ਗਿਆ ਹੈ। ਦੋਹ ਦਿਸ ਬਾਜੇ ਬੱਜੇ ਮਹਾਨਾ। ਉਧਰੋਂ ਪਠਾਣਾ ਨੂੰ ਪਤਾ ਲੱਗਿਆ ਵੀ ਹਮਾਯੂ ਚੜ ਕੇ ਆਇਆ, ਉਹਨਾਂ ਵੀ ਅੰਦਰੋਂ ਜਿਹੜੇ ਨਗਾਰੇ ਵਾ ਧੌਂਸੇ ਵਜਾ ਦਿੱਤੇ। ਦੋ ਪਾਸਿਓਂ ਜੰਗ ਦਾ ਐਲਾਨ ਹੋ ਗਿਆ। ਨਿਕਸੇ ਤਾਬ ਪਠਾਨ ਦਵੈ ਭਾਈ। ਦੋਵੇਂ ਭਰਾ ਜਿਹੜੇ ਵਾ ਇਹ ਭਰਾ ਸ਼ੇਰ ਸ਼ਾਹ ਵਰਗੇ, ਇਹ ਬਾਹਰ ਨਿਕਲਿਆ ਕਿਲੇ ਦੇ ਵਿੱਚੋਂ ਦੋਵੇਂ ਭਰਾ ਹੀ। ਲਸਕਰ ਮਿਲਤੇ ਮੱਚੀ ਲੜਾਈ। ਤੇ ਦੋਵੇਂ ਫੌਜਾਂ ਫਿਰ ਆਪਸ ਵਿੱਚ ਭਿੜੀਆਂ ਜਦੋਂ ਜੰਗ ਦਾ ਐਲਾਨ ਹੋਇਆ। ਤੇ ਇਸ ਪ੍ਰਕਾਰ ਫਿਰ ਸਲੇਮ ਸ਼ਾਹ ਤੇ ਸ਼ੇਰ ਸ਼ਾਹ ਸ਼ੂਰੀ ਖਾਲਸਾ ਜੀ ਇਹ ਦੋਵੇਂ ਭਾਈ ਪਠਾਨ ਇਹ ਹਮਾਯੂ ਦੀ ਫੌਜ ਨਾਲ ਭਿੜੇ ਆ, ਨਾਲ ਆਪਣੀ ਫੌਜ ਲੈ ਕਰਕੇ। ਤਬ ਹੈ ਪਠਾਨ ਗਹੀ ਕਿਰਪਾਨਾ। ਇਧਰ ਜਦੋਂ ਹਮਾਯੂ ਵਧਿਆ ਆਪਦੀ ਫੌਜ ਲੈ ਕੇ ਅੱਗੇ, ਤੇ ਪਠਾਣਾ ਨੇ ਵੀ ਤਲਵਾਰਾਂ ਧੂ ਲਈਆਂ ਹਨ। ਭਏ ਸਮੁਖ ਗਨ ਸੁਭਟਨ ਹਨ। ਦੋ ਪਾਸਿਓਂ ਬੜੇ ਭਾਰੀ ਸੂਰਮੇ ਸਨਮੁਖ ਹੋਏ ਤੇ ਬੜਾ ਯੁੱਧ ਮਚਿਆ ਹੈ। ਕਹੋ ਕਹਾਂ ਲਗ ਯੁੱਧ ਅਖਾਰਾ। ਕਵੀ ਜੀ ਕਹਿੰਦੇ ਕਿਹੜਾ ਯੁੱਧ ਮਚਿਆ ਦੱਸਿਆ ਨਹੀਂ ਜਾਂਦਾ, ਬੜਾ ਭਾਰੀ ਯੁੱਧ ਕਿੱਥੋਂ ਤੱਕ ਵਰਣਨ ਕਰੀਏ। ਲੋਥਾਂ ਵਿਥਦੀ ਧਰਾ ਮਝਾਰਾ। ਸਾਰੀ ਧਰਤੀ ਤੇ ਸੂਰਮਿਆਂ ਦੀਆਂ ਜਿਹੜੇ ਸਨਮੁਖ ਉਹ ਲੜੇ, ਪਠਾਣਾ ਦੀਆਂ ਤੁਰਕਾਂ ਦੀਆਂ ਬੜੀਆਂ ਲਾਸ਼ਾਂ ਡਿੱਗੀਆਂ ਹਨ। ਜਬ ਹੈ ਬਰਿੰਦ ਤਲਵਾਰਾਂ ਚਾਲੀ। ਚਾਰੇ ਪਾਸੇ ਜਿਹੜੀਆਂ ਲੋਹੇ ਤੇ ਲੋਹਾ ਵੱਜਦਾ ਤੇ ਬੜੀਆਂ ਤਲਵਾਰਾਂ ਚੱਲ ਰਹੀਆਂ ਹਨ। ਰੰਗ ਭੂਮਿਕਾ ਬਸਰੀ ਲਾਲੀ। ਸੂਰਮਿਆਂ ਫੱਟ ਮਾਰ ਮਾਰ ਕੇ ਦੋ ਪਾਸੀ ਤੇ ਧਰਤੀ ਸਾਰੀ ਸੂਹੀ ਲਾਲ ਫੁਲਕਾਰੀ ਦੇਤੀ ਧਰਤੀ ਨੂੰ।
ਭਾਵ ਕਿ ਸਾਰੀ ਧਰਤੀ ਜਿਹੜੀ ਨਵ ਵਿਆਹੀ ਇਸਤਰੀ ਵਰਗੀ ਕਰ ਦਿੱਤੀ, ਖੂਨ ਡੋਲ ਡੋਲ ਕੇ ਸੂਹੀ ਕਰ ਦਿੱਤੀ ਆ। ਪਾਤਸ਼ਾਹ ਕੋ ਲਸਕਰ ਭਾਗਾ। ਇਹ ਜਿਹੜਾ ਹਮਾਯੂ ਸੀਗਾ, ਇਹ ਖਾਲਸਾ ਜੀ ਫਿਰ ਇਹਦੇ ਜਿਹੜੀ ਫੌਜ ਸੀਗੀ ਉਹ ਭਜਣੀ ਸ਼ੁਰੂ ਹੋ ਗਈ, ਕਿਉਂਕਿ ਪਠਾਨ ਤਕੜੇ ਸੀ, ਬੜੇ ਬਹਾਦਰ ਸੀਗੇ। ਇਹਨੇ ਐਸਾ ਯੁੱਧ ਮਚਾਇਆ ਪਠਾਨਾਂ ਦੀ ਕਮਾਂਡ ਹੇਠ ਦੂਸਰਿਆਂ ਨੇ, ਸਭ ਨੇ, ਕਿ ਇਹ ਹਮਾਯੂ ਦੀ ਫੌਜ ਪੈਰ ਪਟ ਗਈ ਤੇ ਮੈਦਾਨ ਛੱਡ ਕੇ ਭੱਜ ਗਈ। ਨਹੀਂ ਪਠਾਨਨ ਕੋ ਲਿਆ ਆਗਾ। ਪਠਾਨਾਂ ਦਾ ਆਗਾ ਨਹੀਂ ਘੇਰ ਸਕੇ, ਭਾਵ ਪਠਾਨਾਂ ਦੇ ਸਨਮੁਖ ਹੋ ਕੇ ਲੜੇ ਨਾ, ਤੇ ਇਹ ਜਿਹੜੇ ਵੈ ਫੌਜ ਆਕੀ ਹੋ ਕਰਕੇ ਤੇ ਕੰਡ ਦੇ ਕੇ ਭੱਜ ਗਈ ਮੈਦਾਨ ਵਿੱਚੋਂ। ਤਛਾ ਮੁਛ ਤਰਵਾਰਨ ਕਰਕੇ। ਕਿਉਂਕਿ ਪਠਾਨਾਂ ਨੇ ਜਿਹੜੀਆਂ ਤਲਵਾਰਾਂ ਵੀ ਇਹਨਾਂ ਦੀਆਂ ਭੰਨ ਤੋੜ ਦਿੱਤੀਆਂ ਸੀ, ਮਾਰ ਮਾਰ ਕੇ ਆਪਣੀਆਂ ਤਲਵਾਰਾਂ ਬੜਿਆਂ ਦੇ ਸਿਰ ਵੱਢ ਸੁੱਟੇ। ਕਾਇਰ ਭੱਜੇ ਨਾ ਹਿਰਤ ਫਿਰ ਤੇ ਕੈ। ਪਿੱਛਾ ਭੌਂਕੇ ਨਹੀਂ ਵੇਂਦੇ ਤੁਰਕ ਇਹੋ ਜੇ ਭਜਾਏ ਪਠਾਣਾ ਨੇ, ਉਹ ਪਿੱਛਾ ਵੀ ਨਹੀਂ ਭੌਂ ਵੇਂਦੇ। ਦੂਰ ਦੂਰ ਤੱਕ ਜਿਹੜੀ ਵਾ ਧੂੜ ਉੱਡਦੀ ਵਾ। ਇਹ ਸਾਰੇ ਜਿਹੜੇ ਤੁਰਕ ਵਾ ਉਹ ਡਰ ਕੇ ਭੱਜ ਗਏ ਹਨ। ਤਬ ਹਮਾਓ ਰਾਜਧਾਨੀ ਤਿਆਗੇ। ਤੇ ਹਮਾਯੂ ਵੀ ਖਾਲਸਾ ਜੀ ਜਦੋਂ ਫੌਜ ਹੀ ਨਾ ਲੜੀ, ਫਿਰ ਇਹ ਹਮਾਯੂ ਵੀ ਜੰਗ ਦੇ ਮੈਦਾਨ ਚੋਂ ਦੌੜ ਗਿਆ ਸੀ ਇਹਨਾਂ ਪਠਾਣਾ ਤੋਂ ਡਰਦਾ। ਤੇ ਇਹ ਫਿਰ ਡਰਦੇ ਨੇ ਦਿੱਲੀ ਵੀ ਛੱਡ ਦਿੱਤੀ ਸੀ, ਕਿਉਂਕਿ ਇਹਨੂੰ ਪਤਾ ਸੀ ਹੁਣ ਹਾਰ ਗਏ, ਦਿੱਲੀ ਨੂੰ ਪੈਣਗੇ, ਮਾਰ ਦੇਣਗੇ। ਇਹ ਵਿਚਾਰਾ ਹਮਾਯੂ ਫਿਰ ਦਿੱਲੀ ਵੀ ਛੱਡ ਕੇ ਭੱਜ ਆਇਆ। ਲਸਕਰ ਮਰਿਓ ਚੱਲਿਓ ਤਬ ਭਾਗੇ। ਜਦੋਂ ਸਾਰੀ ਫੌਜ ਨਾ ਮਾਰਤੀ ਪਠਾਣਾ ਕੁਝ ਦੌੜ ਗਈ, ਤੇ ਫਿਰ ਇਹ ਹਮਾਯੂ ਵੀ ਵਿਚਾਰਾ ਡਰਦਾ ਭੱਜ ਆਇਆ। ਦਿੱਲੀ ਆਏ ਪਠਾਨਨ ਛੀਨੀ। ਤੇ ਆਏ ਦਿੱਲੀ, ਫਿਰ ਚੜ੍ਹ ਆਏ ਪਠਾਨ। ਪਠਾਣਾ ਇਹਨਾਂ ਤੋਂ ਦਿੱਲੀ ਖੋਹ ਲਈ ਤੁਰਕਾਂ ਪਾਸੋਂ। ਆਪਣੀ ਦੋਹੀ ਫੇਰਨ ਕੀਨੀ। ਆਪਦੀ ਦੋਹੀ ਢੋਂਡੀ ਪਟਵਾ ਦਿੱਤੀ ਵੀ ਹੁਣ ਦਿੱਲੀ ਦੇ ਤਖਤ ਤੇ ਪਠਾਨ ਬੈਠਣਗੇ। ਬਾਬਰ ਕੇ ਤੁਰਕ ਸੀਗੇ ਤੇ ਹੁਣ ਦਿੱਲੀ ਦੇ ਤਖਤ ਤੇ ਪਠਾਨ ਬਹਿ ਗਏ ਵਾ। ਇਹਨਾਂ ਨੇ ਸ਼ੇਰ ਸ਼ਾਹ ਵਰਗਿਆਂ ਨੇ ਢੋਂਡੀ ਪਟਵਾ ਦਿੱਤੀ। ਵਿਆਕਲ ਹਵੈ ਹਮਾਓ ਤਬ ਕਹਿਓ। ਹਮਾਯੂ ਬੜਾ ਦੁਖੀ ਹੋਇਆ ਜਦੋਂ ਰਾਜ ਖੁੱਸਿਆ ਇਹਦੇ ਉਤੋਂ, ਤੇ ਫਿਰ ਇਉਂ ਆਪਦੇ ਅਮੀਰਾਂ ਵਜ਼ੀਰਾਂ ਦੇ ਨਾਲ ਬੋਲਿਆ ਹਮਾਯੂ। ਸੇਵਕ ਨੇ ਜੋ ਨਜੀਕ ਜੋ ਲਹਿਓ। ਜਿਹੜੇ ਇਹਦੇ ਕੋਲ ਸੇਵਕ ਸੀਗੇ ਕੋਈ ਇਹਦੇ ਵਜ਼ੀਰ ਹਮਾਯੂ ਦੇ, ਉਹ ਵੀ ਨਾਲ ਭੱਜ ਕੇ ਜਿਹੜੇ ਆਏ ਹੋਏ। ਹਮਾਯੂ ਉਹਨਾਂ ਨੂੰ ਇਉਂ ਪੁੱਛਦਾ ਹੈ, ਸ਼੍ਰੀ ਨਾਨਕ ਕੋ ਸੇਵਕ ਪੂਰਾ। ਕਹਿੰਦਾ ਹਮਾਯੂ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਹੋਏ ਆ ਉਹ ਸੱਚਖੰਡ ਚਲੇ ਗਏ ਆ, ਕਿ ਕੋਈ ਉਹਨਾਂ ਦਾ ਹੁਣ ਮਗਰ ਸੇਵਕ ਹੈ ਜਿਹੜਾ ਪੂਰਾ ਸੂਰਾ ਹੋਵੇ। ਹੈ ਕਿ ਨਹੀਂ ਗਾਦੀ ਪਰ ਰੂਰਾ। ਆਂਦੇ ਗੱਦੀ ਪਰ ਇਹ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਚੱਲ ਰਹੀ ਗੁਰਤਾ, ਇਹਦੇ ਸੁੰਦਰ ਗੁਰਤਾ ਉੱਪਰ ਕੋਈ ਹੁਣ ਬਿਰਾਜਮਾਨ ਹੈ ਜਿਹੜਾ ਪੂਰਾ ਹੋਵੇ ਗੁਰੂ ਨਾਨਕ ਪਾਤਸ਼ਾਹ ਦਾ ਸੇਵਕ, ਗੁਰੂ ਨਾਨਕ ਪਾਤਸ਼ਾਹ ਵਾਂਗੂ ਮਹਾਰਾਜ ਵਾਂਗੂ ਹੀ ਬਚਨਾਂ ਦਾ ਬਲੀ ਹੋਵੇ। ਤੇ ਹਸੋ ਕਰਹਿ ਮੇਲ ਹਮ ਜਾਈ। ਆ ਬਾਬਰ ਕਹਿੰਦਾ, ਹਮਾਯੂ ਕਹਿੰਦਾ ਅਸੀਂ ਮੇਲ ਕਰਾਂਗੇ ਆਪਦੇ ਉਹ ਅਮੀਰਾਂ ਨੂੰ ਵਜ਼ੀਰਾਂ ਨੂੰ, ਕਹਿੰਦਾ ਅਸੀਂ ਮੇਲ ਕਰਨਾ ਚਾਹੁੰਦੇ, ਮੁਲਾਕਾਤ ਚਾਹੁੰਦੇ ਆ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਹੁਣ ਜਿਹੜਾ ਕੋਈ ਪੂਰਨ ਸੇਵਕ ਬੈਠਾ ਹੈ। ਮਾਮਾ ਪਿਤ ਬਾਦਰ ਤਹ ਤੇ ਪਾਈ। ਉਹਨਾਂ ਪੁੱਛਿਆ ਵਜ਼ੀਰਾਂ ਵੀ ਮਹਾਰਾਜ ਕਿਉਂ ਤੁਸੀਂ ਕਰਨੀ ਆ ਉਹ ਗੁਰੂ ਨਾਨਕ ਪਾਤਸ਼ਾਹ ਦੇ ਗੱਦੀ ਵਾਰਸ ਦੇ ਨਾਲ ਮੁਲਾਕਾਤ। ਤੋ ਬਾਬਰ ਕਹਿੰਦਾ ਵੈ ਵੀ ਜਿਹੜੇ ਹਨ ਮੇਰੇ ਪਿਤਾ ਜੀ, ਇਹ ਹਮਾਯੂ ਕਹਿੰਦਾ ਮੇਰੇ ਪਿਤਾ ਜੀ ਜਿਹੜੇ ਬਾਬਰ ਸੀ, ਇਹਨਾਂ ਨੂੰ ਜਿਹੜੀ ਇਹ ਮਿਲੀ ਆ ਨਾ ਵਡਿਆਈ ਬਾਦਸ਼ਾਹਤ ਦੀ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਏਵਨਾਬਾਦ ਦੀ ਧਰਤੀ ਤੇ ਵਰਦਾਨ ਵਜੋਂ ਦਿੱਤੀ ਸੀ। ਕਹੀ ਪੁਸਤਲਾ ਫੁਰਿਓ ਨਾ ਬੈਨਾ। ਪਰ ਸਾਨੂੰ ਤਾਂ ਕਿਹਾ ਸੀ ਤੁਹਾਡੀਆਂ ਪੁਸ਼ਤਾਂ ਤੱਕ ਰਾਜ ਕਰਨਗੀਆਂ, ਸਾਡੇ ਪਿਤਾ ਬਾਬਰ ਨੂੰ ਆਖਿਆ ਸੀ, ਤੇ ਪਰ ਕਹਿੰਦੇ ਆ ਵੇਖੋ ਸਾਥੋਂ ਤਾਂ ਦੂਜੀ ਪੁਸ਼ਤ 'ਚ ਹੀ ਰਾਜ ਖੁੱਸ ਗਿਆ ਹੈ। ਇਹ ਕੀ ਗੱਲ ਵਾ, ਗੁਰੂ ਨਾਨਕ ਪਾਤਸ਼ਾਹ ਦਾ ਬਚਨ ਕਿਉਂ ਨਹੀਂ ਫੁਰਿਆ ਪੂਰਾ ਹੋਇਆ? ਇਹ ਗੱਲ ਮੈਂ ਪੁੱਛ ਕੇ ਆਉਣੀ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਥਾਵੇਂ ਜਿਹੜੇ ਗੁਰੂ ਹੁਣ ਬੈਠੇ ਹਨ ਉਹਨਾਂ ਪਾਸੋਂ। ਬੂਝਹਿ ਤਿਹ ਸੋ ਜਿਹ ਔਰ ਭੈ ਨਾ। ਤੇ ਕਹਿੰਦੇ ਪੁੱਛਾਂਗੇ ਜਿਨ੍ਹਾਂ ਦੇ ਹਿਰਦੇ ਵਿੱਚ ਭੈ ਨਹੀਂਗਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਵਰਗੇ ਆ, ਉਹਨਾਂ ਤੋਂ ਪੁੱਛਣਾ ਵੈ ਵੀ ਤੁਸੀਂ ਆਖਿਆ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਿ ਤੁਹਾਡੀਆਂ ਪੁਸ਼ਤਾਂ ਰਾਜ ਕਰਨਗੀਆਂ, ਤੇ ਮੈਂ ਦੂਜੀ ਥਾਂ ਵੀ ਮੇਰੇ ਤੋਂ ਤਾਂ ਰਾਜ ਦਿੱਲੀ ਦਾ ਖੁੱਸ ਗਿਆ ਹੈ। ਤਬ ਵਜ਼ੀਰ ਨੇ ਕਹਾ ਸੁਨਾਈ। ਇਹ ਫਿਰ ਜਦੋਂ ਪੁੱਛਿਆ ਤੇ ਵਜ਼ੀਰ ਬੋਲਿਆ ਇਹ ਹਮਾਯੂ ਦੇ ਤਾਈ। ਗੁਰ ਅੰਗਦ ਬੈਠਿਓ ਤਨ ਥਾਈ। ਕਹਿੰਦਾ ਬਾਦਸ਼ਾਹ ਸਲਾਮਤ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਹਨ ਜਿਹੜੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੁਰਤਾ ਤੇ ਸੁਭਾਏ ਮਾਣਿਆ। ਆਰਫ ਕਾਲਮ ਆਰਫ ਕਾਮਲ ਬਲੀ ਵਿਲਾਇਤ। ਤੇ ਉਹ ਬੜੇ ਭਾਰੀ ਆਰਫ ਵੀ ਆ ਤੇ ਕਾਮਲ ਸ਼ਕਤੀ ਵਾਲੇ ਵੀ ਆ, ਤੇ ਵਲੀ ਵਿਲਾਇਤ ਬੜੇ ਭਾਰੀ ਜਿਹੜੇ ਵਨ ਆਰਫ ਰੱਬ ਨੂੰ ਜਿਹੜੇ ਵੈ ਉਹ ਪਛਾਣਨ ਵਾਲੇ ਵੀ ਆ, ਤੇ ਬ੍ਰਹਮ ਗਿਆਨੀ ਵੀ ਆ।
ਪੂਰਨ ਵੀ ਹੈ ਤੇ ਰੱਬ ਦੇ ਮਿੱਤਰ ਹਨ, ਬੜੇ ਰੱਬ ਦੇ ਨਜ਼ਦੀਕ ਹਨ। ਮਿਲ ਮਕਸੂਦ ਚੱਲਾ ਇਹ ਸਾਇਤ। ਇਸ ਕਰਕੇ ਤੁਸੀਂ ਜਲਦੀ ਨਾਲ ਤੁਹਾਨੂੰ ਚਾਹੀਦਾ ਵੈ ਕਿ ਤੁਸੀਂ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਹਜ਼ੂਰ ਦੇ ਦਰਸ਼ਨ ਕਰ ਆਓ। ਭਲੋ ਵਿਚਾਰ ਆਪਨੇ ਕੀਨੋ। ਤੇ ਉਹ ਵਲਾਇਤ ਕਈ ਉਹ ਮਦਰ ਦੇਸ਼ ਵਿੱਚ ਰਹਿੰਦੇ ਆ, ਤੋ ਇਸ ਪ੍ਰਕਾਰ ਇਹੋ ਜਿਹੇ ਬਚਨ ਜਿਹੜੇ ਵੈ ਭਲੋ ਵਿਚਾਰ ਆਪਨੇ ਕੀਨੋ ਬਾਦਸ਼ਾਹ, ਤੁਸੀਂ ਚੰਗਾ ਕੀਤਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨੇ ਲੋਚਦੇ ਹੋ। ਜਹਾ ਤਿਨ ਇਹ ਪਦ ਜਿਨ ਦੀਨੋ। ਕਹਿੰਦੇ ਪੁੱਛੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਤੋਂ ਦੂਜੀ ਥਾਵੇਂ ਜਿਹੜੇ ਗੁਰੂ ਬੈਠੇ ਆ, ਆਪਦਾ ਸੰਸਾ ਜ਼ਰੂਰ ਨਿਵਰਤ ਕਰੋ ਵੀ ਤੁਹਾਨੂੰ ਪੁਸ਼ਤਾਂ ਦਾ ਰਾਜ ਮਿਲਿਆ ਸੀ, ਰਾਜ ਖੁੱਸਿਆ ਕਿਉਂ ਹੈ। ਸੁਣਤ ਖਡੂਰ ਹਮਾਊ ਤਾਇਓ ਆਇਓ। ਤੇ ਇਥੋਂ ਖਾਲਸਾ ਜੀ ਫਿਰ ਵਜ਼ੀਰਾਂ ਸਲਾਹ ਦਿੱਤੀ ਵੀ ਤੁਹਾਨੂੰ ਜਾਣਾ ਚਾਹੀਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ। ਹਮਾਯੂ ਖਾਲਸਾ ਜੀ ਫਿਰ ਇੱਥੇ ਖਡੂਰ ਸਾਹਿਬ ਮਹਾਰਾਜ ਦੇ ਦਰਸ਼ਨਾਂ ਨੂੰ ਆਇਆ। ਸ਼੍ਰੀ ਅੰਗਦ ਜੀ ਜਹਾਂ ਸੁਹਾਇਓ। ਜਿੱਥੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੁਭਾਏ ਮਾਨ ਬਰਾਜ ਰਹੇ ਆ। ਸੰਗ ਬਾਲਕਨ ਖੇਲਤ ਬੈਸੇ। ਤੇ ਮਹਾਰਾਜ ਖਾਲਸਾ ਜੀ ਇੱਥੇ ਖਡੂਰ ਸਾਹਿਬ ਉਹ ਬਾਲਕਿਆਂ ਨੂੰ, ਬੱਚਿਆਂ ਛੋਟਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਸੀਗੇ ਜਦੋਂ ਹਮਾਯੂ ਬਾਦਸ਼ਾਹ ਆਇਆ, ਬਾਬਰ ਦਾ ਪੁੱਤਰ। ਹਰਖ ਸ਼ੋਕ ਜਿਨ ਮਹਿ ਨਹਿ ਕੈਸੇ। ਤੇ ਹਜ਼ੂਰ ਖਾਲਸਾ ਜੀ ਪਰਮੇਸ਼ਰ ਸਰੂਪ ਹੈ, ਨਾ ਮਹਾਰਾਜ ਨੂੰ ਖੁਸ਼ੀ ਵੈ ਨਾ ਕੋਈ ਕਿਸੇ ਪ੍ਰਕਾਰ ਦਾ ਗਮ ਹੈ, ਇੱਕ ਰਸ ਬਿਰਤੀ ਵਾਲੇ ਹੈ। ਬਦਨ ਠਾਨ ਹਮਾਊ ਖਰਿਓ। ਤੇ ਹੱਥ ਜੋੜ ਕੇ ਖਾਲਸਾ ਜੀ ਦੋਵੇਂ ਤੇ ਹਮਾਯੂ ਜਿਹੜਾ ਵੈ ਬਾਦਸ਼ਾਹ ਖੜਾ ਹੋਇਆ ਹੈ। ਦੇਸੋ ਦੇਸੋ ਰੁਖ ਗੁਰ ਨਾਇਕ ਨਾ ਕਰਿਓ। ਤੇ ਗੁਰੂ ਗਰੀਬ ਨਵਾਜ ਨੂੰ ਖਾਲਸਾ ਜੀ ਕੀ ਹੋਵੇਗਾ, ਬਾਦਸ਼ਾਹ ਹੋਏਗਾ ਆਪਦੇ ਘਰ। ਗਰੀਬ ਨਵਾਜ ਪਰਮੇਸ਼ਰ ਸਰੂਪ ਵੈ, ਭੈ ਕਾਹੂ ਕਾ ਦੇਤ ਨਹਿ ਭੈ ਮਾਨਤ ਆਣ, ਆਪ ਨ ਡਰੋ ਨਾ ਅਵਰ ਡਰਾਵੋ। ਗਰੀਬ ਨਵਾਜ ਦਾ ਖਾਲਸਾ ਜੀ ਧਿਆਨ ਨਹੀਂ ਗਿਆ ਤੇ ਇਹ ਮਹਾਰਾਜ ਹਜੂਰ ਫਿਰ ਉਵੇਂ ਹੀ ਬੱਚਿਆਂ ਨੂੰ ਪੜ੍ਹਾਈ ਗਿਆ ਗੁਰਮੁਖੀ, ਹੱਥ ਜੋੜ ਕੇ ਉਵੇਂ ਹੀ ਖੜਾ ਰਿਹਾ। ਮਹਾਰਾਜ ਨੇ ਇਹਦੇ ਵੱਲ ਕੋ ਬਹੁਤਾ ਧਿਆਨ ਨਾ ਦਿੱਤਾ। ਪਰ ਚਤ ਰਹੇ ਬਾਲਕਨ ਸਾਥ। ਗਰੀਬ ਨਵਾਜ ਉਹ ਬੱਚਿਆਂ ਨੂੰ ਗੁਰਮੁਖੀ ਪੜਾਉਣ ਵਿੱਚ ਹੀ ਲੱਗੇ ਰਹੇ। ਸਭ ਘਟ ਕੀ ਜਾਣਤ ਜਗਨਾਥ। ਉਹ ਮਹਾਰਾਜ ਜਾਣਦੇ ਐ ਵੀ ਬਾਬਰ ਦਾ ਪੁੱਤਰ ਹਮਾਯੂ ਬਾਦਸ਼ਾਹ ਸਾਡੇ ਪਾਸ ਆਇਆ ਹੈ, ਜਾਣਦੇ ਵੀ ਆ, ਪਰ ਮਹਾਰਾਜ ਜੀ ਕੋ ਬਹੁਤੀ ਤਰਜੀਹ ਨਹੀਂ ਦਿੱਤੀ ਹੈ। ਤਬ ਹਮਾਇਓ ਮਨ ਕੋਪ ਵਿਸੇਖਾ। ਇਹ ਹਮਾਯੂ ਖਾਲਸਾ ਜੀ ਹੁਣ ਰਾਜੇ ਲੋਕ ਜਿਹੜੇ ਹੁੰਦੇ ਹੰਕਾਰੀ ਵਾ, ਜਿਹੜੇ ਮਰਜੀ ਏ, ਜਿਹੜੇ ਵਾ ਕੋਈ ਵਿਰਲਾ ਹੀ ਆ ਜਿਹੜਾ ਤਖਤ ਤੇ ਬਹਿ ਕਰਕੇ ਨਿਮਰਤਾ ਰੱਖੇ, ਨਹੀਂ ਤਾਂ ਜਿੰਨੇ ਖਾਲਸਾ ਜੀ ਇਹ ਹੁੰਦੇ ਬਾਬਰ ਕੇ ਕਹਿੰਦੇ ਇਹਨਾਂ ਨੂੰ ਨਿਹੰਗ ਸਿੰਘ, ਇਹ ਹੁੰਦੇ ਹੰਕਾਰੀ ਹੋਈ ਆ। ਇਹਨਾਂ ਨੂੰ ਥੋੜਾ ਜਿਹਾ ਵੀ ਮਾਣ ਨਾ ਮਿਲੇ ਫਿਰ ਨਹੀਂ ਵੇਖਦੇ ਅਸੀਂ ਕਿੱਥੇ ਖੜੇ ਕਿੱਥੇ ਨਹੀਂ। ਆਇਆ ਇੱਕ ਤਾਂ ਨੀਵਾ ਹੋ ਕੇ ਮਹਾਰਾਜ ਦੇ ਪਾਸ ਪਹਿਲੇ, ਮਹਾਰਾਜ ਨੇ ਜਦੋਂ ਇਹ ਪਰਖਣਾ ਹੀ ਹੋਊਗੀ, ਮਹਾਰਾਜ ਨੇ ਤਰਜੀਹ ਬਹੁਤੀ ਨਾ ਦਿੱਤੀ ਤੇ ਹਮਾਯੂ ਹੰਕਾਰੀ ਹਿਰਦੇ ਵਿੱਚ ਬੜਾ ਗੁੱਸੇ ਵਿੱਚ ਆਇਆ ਹੈ। ਨਹਿ ਇਸ ਨੇ ਮੇਰੀ ਦਿਸ ਦੇਖਾ। ਕਹਿੰਦਾ ਵੀ ਇਹ ਫਕੀਰ ਮੈਂ ਪਾਤਸ਼ਾਹ ਦਿੱਲੀ ਦਾ ਤੇ ਮੇਰੀ ਤਰਫ ਇਹਨਾਂ ਵੇਖਿਆ ਤੱਕ ਨਹੀਂ। ਦਵੈ ਘਟਕਾ ਮੈਂ ਠਾਡੋ ਰਹਿਓ। 2 ਘੜੀਆਂ ਪੌਣੇ ਘੰਟੇ ਦੇ ਕਰੀਬ 48 ਮਿੰਟ ਮੈਂ ਖੜੇ ਨੂੰ ਮੈਨੂੰ ਹੋ ਗਏ ਆ। ਕਛੂ ਪ੍ਰਭਾਵ ਨਾ ਮਨ ਮਹਿ ਲਹਿਓ। ਇਹਨਾਂ ਮੇਰਾ ਕੋਈ ਪ੍ਰਭਾਵ ਹੀ ਨਹੀਂ ਕਬੂਲਿਆ ਵੀ ਹਿੰਦੁਸਤਾਨ ਦਾ ਬਾਦਸ਼ਾਹ ਇੱਥੇ ਆਇਆ ਹੈ। ਗਇਓ ਰਾਜ ਮੈਂ ਹੋਇਓ ਦੀਨ। ਕਹਿੰਦੇ ਮੇਰਾ ਰਾਜ ਇੱਕ ਤਾਂ ਗਿਆ ਚਲਾ, ਮੈਂ ਜਿਹਦੇ ਪੱਖੋਂ ਬੜਾ ਦੁਖੀ ਹਾਂ। ਪਾਸ ਖਰੋ ਇਨ ਕੀਨ ਨ ਚੀਨ। ਤੇ ਮੈਂ ਇੱਕ ਤਾਂ ਮੇਰਾ ਰਾਜ ਚਲਾ ਗਿਆ, ਬੜਾ ਦੁਖੀ ਹਾਂ, ਦੂਜਾ ਇੱਥੇ ਆਇਆ ਤੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਮੈਨੂੰ ਜਾਣਿਆ ਤੱਕ ਨਹੀਂ, ਐਡਾ ਵੱਡਾ ਮੈਂ ਬਾਦਸ਼ਾਹ ਹਾਂ ਭਾਰਤ ਦਾ। ਉਚਿਤ ਮਾਰ ਬਿਰਦੇ ਵਿਚਾਰ। ਕਹਿੰਦੇ ਆ ਵੀ ਇਹ ਉਚਿਤ ਹੈ, ਚੰਗੀ ਗੱਲ ਹੈ ਕਿ ਹਿਰਦੇ ਵਿੱਚ ਇਹ ਮਾਰਵੇ, ਕਿ ਕਹਿੰਦੇ ਵੀ ਇਹਨਾਂ ਨੂੰ ਇੱਥੇ ਵੱਧ ਕਰ ਦਿੱਤਾ ਜਾਵੇ ਇਹਨਾਂ ਦਾ। ਧਰਿਓ ਹਾਥ ਕਬਜੇ ਤਲਵਾਰ। ਤੇ ਇਸ ਪ੍ਰਕਾਰ ਕਹਿੰਦੇ ਵੀ ਮਨ ਤਾਂ ਕਰਦਾ, ਹਮਾਯੂ ਕਹਿੰਦਾ ਵੀ ਇਹਨਾਂ ਮੇਰੇ ਤਰਜੀਹ ਨਹੀਂ ਦਿੱਤੀ ਮੈਨੂੰ, ਤੇ ਕਿਉਂ ਨਾ ਮੈਂ ਤਲਵਾਰ ਮਾਰ ਕੇ ਇਹਨਾਂ ਨੂੰ ਇੱਥੇ ਥਾਂ ਹੀ ਮਾਰ ਮੁਕਾਵਾਂ ਗੁਰੂ ਅੰਗਦ ਮਹਾਰਾਜ ਨੂੰ। ਇਹ ਵਿਚਾਰ ਕਰਕੇ ਨਾ ਹਮਾਯੂ ਦੇ ਵਿੱਚ ਤੇ ਇਹਨੇ ਆਪਦੇ ਤਲਵਾਰ ਦੇ ਮੁੱਠੇ ਨੂੰ ਹੱਥ ਪਾਇਆ ਹੈ। ਹੱਥਾਂ ਖੈਂਚ ਕਰ ਔਰ ਮਹਿ ਠੰਨ ਹੈ। ਤੇ ਮਨ 'ਚ ਵਿਚਾਰ ਕਰਦਾ ਵੀ ਖਿੱਚ ਕੇ ਮਾਰਾਂ ਤਲਵਾਰ ਇਹਨਾਂ ਦੇ ਜਿਨ੍ਹਾਂ ਨੇ ਮੈਨੂੰ ਬਾਦਸ਼ਾਹ ਨੂੰ ਪਛਾਣਿਆ ਨਹੀਂ। ਤਬ ਮੋਹ ਕਹਾ ਇਹੋ ਸ਼ਾਹ ਪਛਾਨ ਹੈ। ਤੇ ਫਿਰ ਇਹਨਾਂ ਨੂੰ ਪਤਾ ਲੱਗੇਗਾ ਵੀ ਮੈਂ ਕੌਣ ਆਇਆ ਹਾਂ। ਉਦੈ ਭਇਓ ਐਂਚਨ ਕੋ ਜਬੈ। ਤੇ ਮਨ 'ਚ ਮੰਦੀ ਵਿਚਾਰ ਕਰਕੇ ਖਾਲਸਾ ਜੀ ਤਲਵਾਰ ਜੀ ਖਿੱਚਣ ਨੂੰ ਜਦੋਂ ਕਬਜੇ ਨੂੰ ਹੱਥ ਪਾਇਆ ਹਮਾਯੂ ਨੇ, ਮੁਸ਼ਟ ਕਰ ਚਿਮਟਿਓ ਤਬੈ। ਤੇ ਹੱਥੇ ਦਾ ਮੁੱਠੇ ਦੇ ਨਾਲ ਹੀ ਚੰਬੜ ਗਿਆ। ਉਹ ਐ ਜਿਵੇਂ ਪੱਕਾ ਬੱਧਿਆ ਹੁੰਦਾ ਹੱਥ, ਉਹ ਮੁੱਠੇ ਦੇ ਨਾਲ ਹੀ ਤਲਵਾਰ ਦੇ ਹੱਥ ਚਿੰਬੜਿਆ ਰਹਿ ਗਿਆ ਹੈ। ਇਹ ਤੋਤ ਹੋਤ ਨਾ ਰਹਿਓ ਹਿਲਾਏ। ਇਹ ਵਿਚਾਰਾ ਬਥੇਰਾ ਛਡਾਉਂਦਾ ਮੁੱਠੇ ਤੋਂ ਹੱਥ, ਪਰ ਮੁੱਠੇ ਤੋਂ ਹੱਥ ਛੁੱਟੇ ਕਿੱਥੇ, ਮਹਾਰਾਜ ਦਾ ਬੱਧਾ ਹੈ।
ਸਾਰੋ ਬਾਲ ਹਾਰਿਓ ਸੋ ਲਗਾਏ। ਵਾਵਾ ਵਿਚਾਰਾ ਜਿਹੜਾ ਵਾ ਖਿੰਝਦਾ ਰਿਹਾ, ਹੱਥ ਹੁੱਥ ਨਾ ਛੁੱਟਿਆ ਜਦ ਤੇ ਫਿਰ ਬਲ ਹਾਰ ਗਿਆ ਜ਼ੋਰ ਲਾ ਕੇ। ਪੋਨਾ ਮੂਰਖ ਪਛਤਾਵਣ ਲਾਗਾ। ਫਿਰ ਇਹ ਹਮਾਯੂ ਮੂਰਖ ਹਿਰਦੇ ਚ ਪਛਤਾਉਂਦਾ ਹੈ ਆਪ ਹੀ। ਕਰਿਓ ਖੋਟ ਮੈਂ ਹੋ ਤੋ ਅਭਾਗਾ। ਕਹਿੰਦਾ ਮੈਂ ਮਾੜੇ ਭਾਗਾਂ ਵਾਲਾ, ਖੋਟੇ ਭਾਗਾਂ ਵਾਲਾ। ਕਿੱਡੀ ਮਾੜੀ ਵਿਚਾਰ ਇੱਥੇ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਆ ਕੇ ਤੇ ਮੈਂ ਗੁਰੂ ਅੰਗਦ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਸਤਿਗੁਰਾਂ ਦੀ ਬਾਬਤ ਕੀ ਮੈਂ ਭੈੜੀ ਵਿਚਾਰ ਆਪਦੇ ਹਿਰਦੇ ਵਿੱਚ ਲੈ ਆਇਆ। ਤਬ ਸ਼੍ਰੀ ਅੰਗਦ ਕਰ ਉਤਨੈਨ। ਤੇ ਜਦੋਂ ਫਿਰ ਇਹ ਵਿਚਾਰਾ ਨਮਾਣਾ ਜਾਂ ਹਿਰਦੇ ਚ ਝੂਰਦਾ ਹੈ ਨਾ, ਉਦੋਂ ਖਾਲਸਾ ਜੀ ਮਹਾਰਾਜ ਨੇ ਦਰਨੇਤਰ ਕੀਤੇ। ਭਾਵ ਇਹਦਾ ਹੈ ਕਿ ਜਿਹੜੇ ਹੰਕਾਰੀ ਹੁੰਦੇ ਨਾ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਮਹਾਰਾਜ ਨੇ ਖਾਲਸਾ ਜੀ ਪਰਮੇਸ਼ਰ ਨੇ ਹੰਕਾਰੀਆਂ ਤੇ ਨਿੰਦਕਾਂ ਨੂੰ ਸਦਾ ਹੀ ਪਿੱਠ ਦਿੱਤੀ ਆ, ਨਾਮ ਦਿਓ ਮੁਖ ਲਾਇਆ। ਜਿਹੜੇ ਹਿਰਦੇ ਦੇ ਨੀਵੇਂ ਹੁੰਦੇ ਨਾ, ਨੀਵੇਂ ਬਣ ਕੇ ਗੁਰੂ ਦਰ ਚ ਆਉਂਦੇ ਆ। ਗਰੀਬ ਨਵਾਜ ਖਾਲਸਾ ਜੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜੇ ਨੀਵੇਂ ਹੋ ਕੇ ਆਉਂਦੇ ਆਏ ਨਿਮਾਣੇ ਧਾਰ ਕੇ, ਉਹਨਾਂ ਨੂੰ ਹਜ਼ੂਰ ਫਿਰ ਗੱਲ ਨਾਲ ਲਾਉਂਦੇ ਆ। ਜਿੰਨਾ ਸਮਾਂ ਬਾਦਸ਼ਾਹ ਬਣ ਕੇ ਖੜਾ ਰਿਹਾ, ਮਹਾਰਾਜ ਨੇ ਵੇਖਿਆ ਤੱਕ ਨਹੀਂ। ਜਦੋਂ ਆਪਦੇ ਆਪ ਨੂੰ ਮੂਰਖ ਤੇ ਮੰਦ ਭਾਗਾ ਜਾਣਿਆ ਵੀ ਉਹ ਆ ਕੀ ਕਰ ਬੈਠਾ ਮੈਂ, ਝੁਰਦਾ ਹੈ ਨਾ, ਝਾਟੀ ਖਾਲਸਾ ਜੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਨੇ ਇਹਦੇ ਵੱਲ ਉਸੇ ਵੇਲੇ ਹੀ ਵੇਖਣਾ ਕੀਤਾ ਜਦੋਂ ਇਹਦਾ ਮਨ ਨੀਵਾ ਹੋਇਆ। ਦੀਨ ਭਇਓ ਪਿਖ ਉਚਰੇ ਬੈਨ। ਮਹਾਰਾਜ ਨੇ ਵੇਖਿਆ ਵੀ ਹੁਣ ਵਿਚਾਰਾ ਨਿਮਾਣਾ ਜਿਹਾ ਹੋਇਆ ਬੈਠਾ ਹੈ, ਤੇ ਸਤਿਗੁਰੂ ਫਿਰ ਬੋਲੇ ਆ ਹਮਾਯੂ ਦੇ ਤਾਈ। ਸ਼ੇਰ ਸਾਹ ਸੋ ਕਛ ਨਾ ਬਸਾਇਓ। ਮਹਾਰਾਜ ਕਹਿੰਦੇ ਓਏ ਹਮਾਯੂ, ਸ਼ੇਰ ਸ਼ਾਹ ਦੇ ਅੱਗੇ ਤਾਂ ਤੇਰਾ ਕੋਈ ਵਸ ਨਹੀਂ ਚੱਲਿਆ, ਉੱਥੇ ਨਾ ਤੂੰ ਅੜਿਆ ਭੋਰਾ ਵੀ। ਖੜਗ ਹਤਨ ਹਮ ਪਰ ਚਲ ਆਇਓ। ਤੇ ਹੁਣ ਇੱਥੇ ਸਾਡੇ ਵਾਸਤੇ ਆਪਦੀ ਮਰਦਾਨਗੀ ਵਿਖਾਉਣ ਵਾਸਤੇ ਸਾਡੇ ਕੋਲ ਆ ਗਿਆ। ਉਹ ਦੋਵਾਂ ਪਠਾਣਾ ਅੱਗੇ ਅੜਦਾ ਜੇ ਏਡਾ ਸੂਰਮਾ ਸੀ। ਕਾਇਰ ਭਇਓ ਭਾਜ ਕਰ ਆਵਾ। ਉਥੋਂ ਤਾਂ ਕਹਿੰਦੇ ਤੂੰ ਕੰਡ ਵਿਖਾ ਆ, ਕਾਇਰ ਬਣ ਕੇ ਤੇ ਮੈਦਾਨ ਛੱਡ ਕੇ ਭੱਜ ਆਇਓ। ਹਮ ਹੈ ਸੂਰਤਾ ਚਾਹੇ ਦਿਖਾਵਾ। ਤੇ ਸਾਨੂੰ ਵਿਖਾਉਣਾ ਵੀ, ਅਸੀਂ ਇੱਥੇ ਫਕੀਰਾਂ ਨੂੰ ਵਿਖਾਉਣਾ ਵਾ ਵੀ ਬਹੁਤ ਅਸੀਂ ਜਿਹੜੇ ਸੂਰਮੇ ਆ ਤੇ ਬੜੇ ਮੈਂ ਮਰਦਾਨਗੀ ਆਪਦੀ ਸਾਡੇ ਕੋਲ ਵਿਖਾਉਣਾ। ਉਦੋਂ ਇਹ ਜਿਹੜੇ ਮਾਂ ਦੇ ਪੁੱਤਰ ਪਠਾਨ ਵੇ, ਉਹਨਾਂ ਤੋਂ ਪਾਸੋਂ ਡਰ ਕੇ ਤੇ ਉਹ ਮੈਦਾਨ ਛੱਡ ਕੇ ਭੱਜ ਆਇਆ, ਰਾਜ ਵੀ ਉਹਨਾਂ ਨੂੰ ਦੇ ਆਇਆ। ਮਹਾਰਾਜ ਗਰੀਬ ਨਵਾਰਿਓਂ ਬੋਲੇ ਇਸ ਬਾਦਸ਼ਾਹ ਤਾਈ। ਤਬ ਹਮਾਓ ਬਹੁ ਬਿਨਤੀ ਠਾਨੀ। ਇਹ ਹੱਥ ਜੋੜ ਖਲੋਤਾ। ਫਿਰ ਖਾਲਸਾ ਜੀ ਮਨ ਦੀ ਜਦੋਂ ਮਹਾਰਾਜ ਨੇ ਬੁੱਝੀ ਵੀ ਇਹ ਭਗੌੜਾ ਹੋ ਕੇ ਆਇਆ, ਜੰਗ ਦਾ ਮੈਦਾਨ ਛੱਡ ਕੇ ਦਾਗੇ ਹੋਏ ਸੋ ਰਣ ਮੈਂ ਜੂਝਾ ਬਿਨ ਦਾਗੇ ਭਗ ਜਾਈ, ਇਹ ਕਾਇਰ ਹੈ। ਤੋ ਜਦੋਂ ਮਹਾਰਾਜ ਨੇ ਸੁਣਾਏ ਇਹੋ ਜਿਹੇ ਬਚਨ, ਫਿਰ ਹੱਥ ਜੋੜ ਖਲੋਤਾ। ਫਿਰ ਬੇਨਤੀ ਕਰਦਾ ਹੈ, ਸ਼ਿਮਹ ਗੁਰੂ ਮੈਂ ਵੱਡ ਅਨਜਾਨੀ। ਮਹਾਰਾਜ ਮੈਂ ਵੱਡਾ ਅਣਜਾਣ ਮੂਰਖ ਹਾਂ, ਕਿਰਪਾ ਕਰਕੇ ਮੈਨੂੰ ਬਖਸ਼ ਲਵੋ। ਸ਼੍ਰੀ ਨਾਨਕ ਥੇ ਜਾਤ ਖੁਦਾਏ। ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦਾ ਦਾ ਰੂਪ ਸਨ। ਤਿਨ ਕੀ ਬਖਸ਼ਿਸ਼ ਹੋਤ ਬਿਲਾਏ। ਤਿਨਾਂ ਦੀ ਜਿਹੜੀ ਬਖਸ਼ਿਸ਼ ਸੀਗੀ ਉਹਦੇ ਸਦਕਾ ਹੀ ਸਾਨੂੰ ਇਹ ਸਾਰੀ ਪਾਤਸ਼ਾਹੀ ਪ੍ਰਾਪਤ ਹੋਈ। ਇਹ ਕਿਆ ਕਾਰਨ ਬੁੱਝਣ ਆਵਾ। ਵੀ ਸਾਡੇ ਪਿਤਾ ਬਾਬਰ ਨੂੰ ਜਿਹੜੀ ਪਾਤਸ਼ਾਹੀ ਮਿਲੀ ਸੀਗੀ, ਮਹਾਰਾਜ ਵੱਡੇ ਗੁਰੂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਬਖਸ਼ਿਸ਼ ਕੀਤੀ। ਪਰ ਮਹਾਰਾਜ ਹੁਣ ਦੱਸੋ ਵੀ ਆ ਕੀ ਕਾਰਨ ਬਣ ਗਿਆ। ਮੈਂ ਤੁਹਾਨੂੰ ਪੁੱਛਣ ਆਇਆ ਵੀ ਹੁਣ ਤੁਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਾਂ ਕਹਿੰਦੇ ਦੀ ਪੁਸ਼ਤਾਂ ਤੀਕਰ ਰਾਜ ਕਰੋਗੇ, ਤੇ ਮਹਾਰਾਜ ਮੈਥੋਂ ਰਾਜ ਖੁੱਸ ਗਿਆ, ਦੂਜੀ ਪੁਸ਼ਤ ਵਿੱਚ ਹੀ ਰਾਜ ਸਾਡੇ ਘਰੋਂ ਨਿਕਲ ਗਿਆ। ਫਿਰ ਮਹਾਰਾਜ ਦੇ ਬਚਨ ਕਿਵੇਂ ਝੂਠੇ ਹੋਏ, ਇਹ ਪੁੱਛਣ ਵਾਸਤੇ ਮੈਂ ਆਇਆ ਹਾਂ। ਤੁਮ ਸਾ ਉਨਕਾ ਭੇਦ ਨ ਪਾਵਾ। ਕਿਉਂਕਿ ਤੁਹਾਡੇ ਵਿੱਚ ਤੇ ਗੁਰੂ ਨਾਨਕ ਪਾਤਸ਼ਾਹ ਵਿੱਚ ਮਹਾਰਾਜ ਕੋਈ ਅੰਤਰ ਨਹੀਂ ਪਾਇਆ ਜਾਂਦਾ। ਸ਼੍ਰੀ ਅੰਗਦ ਸੁਣ ਕੇ ਕਹਿ ਬਾਨੀ। ਗਰੀਬ ਨਵਾਜ ਗੁਰੂ ਅੰਗਦ ਪਾਤਸ਼ਾਹ ਜੀ ਹਮਾਯੂ ਤੋਂ ਸੁਣ ਫਿਰ ਬੋਲੇ ਆ, ਕਛੂ ਬੇਅਦਲੀ ਕੀ ਨ ਮਹਾਨੀ। ਕਹਿੰਦੇ ਸੁਣ ਪਾਤਸ਼ਾਹ, ਭਾਈ ਕੋਈ ਤੂੰ ਵੱਡੀ ਜਿਹੜੀ ਮਹਾਨ ਜਿਹੜੀ ਆ ਆਪਹੁਦਰੀ ਕੀਤੀ ਹੋਊਗੀ, ਬੇਅਦਲੀ ਕੋਈ ਬੇਪਤੀ ਜਾਂ ਕਹਿ ਲਓ ਜਿਹੜੀ ਵੈ ਤੂੰ ਵਿਵਚਾਰੀ ਹੋਇਆ ਹੋਏਗਾ, ਤਖਤ ਤੇ ਬੈਠਾ ਹੋਇਆ ਜਾਂ ਤੇ ਭਇਓ ਤੋਹੇ ਤ੍ਰਿਸਕਾਰਾ। ਤਾਂ ਹੀ ਤੇਰਾ ਏਡਾ ਨਿਰਾਦਰ ਹੁੰਦਾ ਪਿਆ ਵੈ। ਤੂੰ ਇਉਂ ਦਰ ਦਰ ਭਟਕ ਰਿਹਾ ਰਾਜ ਗਵਾ ਕਰਕੇ। ਤਖਤ ਬਹਿ ਤਖਤ ਹੈ ਕੀ ਲਾਇਕ, ਉਹ ਤਖਤ ਤੇ ਬਹਿ ਕੇ ਤੇਥੋਂ ਜ਼ਰੂਰ ਕੋਈ ਅਨਿਆਏ ਹੋਇਆ ਹੈ ਹਮਾਯੂ, ਤਾਂ ਹੀ ਭਾਈ ਤੇਰਾ ਏਡਾ ਨਿਰਾਦਰ ਹੋ ਰਿਹਾ ਹੈ। ਅਬ ਜੇ ਧਰਤ ਨ ਕਰ ਤਰਵਾਰਾ। ਬਾਕੀ ਜੇ ਕਿਤੇ ਹੁਣ ਤੂੰ ਇੱਥੇ ਆ ਕੇ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਨੀਵਾ ਹੋ ਕੇ ਆਇਓ ਨਾ, ਤੇ ਜੇ ਨੀਵਾ ਹੀ ਰਹਿੰਦਾ ਕਿਤੇ ਤਲਵਾਰ ਦੇ ਮੁੱਠੇ ਨੂੰ ਜੇ ਹੱਥ ਨਾ ਪਾਉਂਦਾ, ਤਾ ਪਤ ਸ਼ਾਹਿਤ ਅਬ ਹੀ ਪਾਵਤ। ਤੇ ਤੈਨੂੰ ਮਹਾਰਾਜ ਕਹਿੰਦੇ ਸੀ ਹੁਣੇ ਹੀ ਪਾਤਸ਼ਾਹੀ ਦੁਬਾਰਾ ਦਵਾ ਦੇਣੀ ਸੀ, ਜਿਹੜਾ ਰਾਜ ਨੂੰ ਰੋਂਦਾ ਫਿਰਦਾ। ਜੇ ਕਿਤੇ ਇੱਥੇ ਆ ਕੇ ਤੂੰ ਗੁਰੂ ਨਾਨਕ ਮਹਾਰਾਜ ਦੇ ਦਰਬਾਰ
ਦਰਬਾਰ 'ਚ ਆਪਦੀ ਆ ਰਾਜਗਰੀ ਨਾ ਵਿਖਾਉਂਦਾ, ਮੁੱਠੇ ਤਲਵਾਰ ਦੇ ਨੂੰ ਹੱਥ ਨਾ ਪਾਉਂਦੋਂ, ਤੇ ਹੁਣੇ ਹੀ ਤੈਨੂੰ ਇਹ ਰਾਜ ਅਸੀਂ ਦਵਾ ਦਿੰਦੇ। ਦਰਸ਼ਨ ਕਾ ਫਲ ਆਨੰਦ ਬਧਾਵਤ, ਕਿਉਂਕਿ ਦਰਸ਼ਨਾਂ ਦਾ ਫਲ ਹੈ। ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਤੂੰ ਆਇਆ, ਇੱਥੇ ਦਰਸ਼ਨਾਂ ਦਾ ਤੈਨੂੰ ਅਸੀਂ ਫਲ ਜ਼ਰੂਰ ਦਿੰਦੇ, ਤੂੰ ਸਾਡੇ ਦਰਸ਼ਨਾਂ ਨੂੰ ਆਇਓ ਹੈ। ਤੋ ਇਹ ਤੇਰੀ ਜਿਹੜੀ ਵੈ ਤੂੰ ਆਪ ਹੁਦਰੀ ਕੀਤੀ, ਇਹਦੇ ਕਰਕੇ ਤੂੰ ਰਾਜ ਤੋਂ ਰਹਿ ਗਿਓ ਹੈ। ਇਹ ਮਹਾਰਾਜ ਨੇ ਬਚਨ ਆਖੇ ਹੈ। ਜਾਤ ਵਿਲਾਏ ਜਾਏ ਵਿਲਾਇਤ ਆਪ ਫਿਰ ਆਵ, ਤੁਮਾਰੇ ਕਹਿੰਦੇ ਹੁਣ ਰਾਜ ਤਾਂ ਤੈਨੂੰ ਮਿਲੇਗਾ, ਪਰ ਹੁਣ ਵਰੇ ਬਾਅਦ ਤੈਨੂੰ ਰਾਜ ਪ੍ਰਾਪਤ ਹੋਵੇਗਾ। ਜਾ ਹੁਣ ਇੱਥੋਂ ਵਲਾਇਤ ਨੂੰ ਚਲਾ ਜਾ, ਉਹਦੀ ਜਾਨ ਬਚਾ ਲੈ, ਕਰੀ ਇੱਥੋਂ ਦੇਸ਼ ਛੱਡ ਕੇ ਤੇ ਹੋਰ ਬਾਹਰ ਹੀ ਕਿਤੇ ਬਾਹਰਲੇ ਦੇਸ਼ਾਂ ਪ੍ਰਦੇਸ਼ਾਂ ਨੂੰ ਨਿਕਲ ਜਾ। ਛਤਰ ਤਖਤ ਦਿੱਲੀ ਪੁਨ ਪਾਵ, ਉਸ ਤੋਂ ਬਾਅਦ ਜਦੋਂ ਤੂੰ ਵਾਪਸ ਆਏਗਾ ਤੇ ਤੈਨੂੰ ਦਿੱਲੀ ਦਾ ਤਖਤ ਗੁਰੂ ਨਾਨਕ ਪਾਤਸ਼ਾਹ ਜੀ ਮਿਹਰਾਮ ਸਦਕਾ ਫਿਰ ਪ੍ਰਾਪਤ ਹੋਵੇਗਾ। ਤੋ ਇਸ ਪ੍ਰਕਾਰ ਸੁਣ ਇਮ ਗਇਓ ਵਿਲਾਇਤ ਥਾਨ, ਇਹ ਜਿਹੜਾ ਹਮਾਯੂ ਹੈ ਮਹਾਰਾਜ ਦਾ ਹੁਕਮ ਪਾ ਕਰਕੇ ਫਿਰ ਪਾਸੇ ਖਾਲਸਾ ਜੀ ਬਾਹਰੀ ਦੇਸ਼ਾਂ ਨੂੰ ਨਿਕਲ ਗਿਆ ਸੀ ਚੋਰੀ ਹੀ। ਤਹ ਤੇ ਲਸਕਰ ਲੀਨ ਮਹਾਨ, ਉੱਥੋਂ ਫਿਰ ਇਹਨੇ ਖਾਲਸਾ ਜੀ ਫਿਰ ਵੀ ਰਾਜਾ ਸੀ, ਇਹਨਾਂ ਦੀ ਜਾਣ ਪਛਾਣ ਹੁੰਦੀ ਵੈ। ਛੋਟੇ ਰਜਵਾੜਿਆਂ ਦੀ ਸਹਾਇਤਾ ਲੈ ਕੇ ਇਹਨੇ ਬੜੀ ਭਾਰੀ ਫੌਜ ਇਕੱਠੀ ਕਰ ਲਈ। ਹਿੰਦੁਸਤਾਨ ਕਰੀ ਸਰ ਆਏ, ਸਾਲ ਬਾਅਦ ਫਿਰ ਇਹਨੇ ਹਮਲਾ ਕੀਤਾ ਸੀ ਤੇ ਮਹਾਰਾਜ ਦੇ ਹੁਕਮ ਸਦਕਾ ਇਹਦੀ ਜਿੱਤ ਹੋਈ ਸੀ। ਤੇ ਬਾਬਰ ਦੇ ਪੁੱਤਰ ਹਮਾਯੂ ਨੂੰ ਵਰੇ ਬਾਅਦ ਖਾਲਸਾ ਜੀ ਫਿਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੇ ਰਾਜ ਦਿੱਤਾ। ਖਾਨ ਨਾਮ ਸਭ ਹਿਨ ਮਰਵਾਏ, ਸਾਰੇ ਖਾਨ ਮਾਨ ਜਿਹੜੇ ਸੀ, ਖਾਨ ਨਾਮ ਜਿਨ੍ਹਾਂ ਦਾ ਭਾਵ ਪਠਾਨ ਸੀ, ਦੋਵੇਂ ਭਾਈ ਤੇ ਆਦਿਕ ਜਿੰਨੇ ਪਠਾਨ ਸਾਰੇ ਹੀ ਫਿਰ ਮਾਰੇ ਸੀ, ਜਿਨ੍ਹਾਂ ਨੇ ਇਹਨੂੰ ਪਹਿਲਾਂ ਜੰਗ ਵਿੱਚ ਭਜਾਇਆ। ਦੋਹਰਾ ਸਤਿਗੁਰ ਬੇਪਰਵਾਹੋ ਨਿਤ, ਕਵੀ ਜੀ ਕਹਿੰਦੇ ਵਾ ਕਿ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਬੇਪਰਵਾਹ ਹੈ। ਕੀ ਰਾਜਾ ਖਾਲਸਾ ਜੀ ਮਹਾਰਾਜ ਨੂੰ ਕੀ ਭਾਉਂਦਾ ਵੈ, ਤੋ ਜਿਹਦਾ ਮਨ ਉੱਚਾ ਕਰਕੇ ਜਿਹੜਾ ਦਰਬਾਰੀ ਆਵੇ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਬੇਪਰਵਾਹ ਹਨ। ਰਾਗ ਦ્વੈਸ ਚਿਤ ਨਾਹੇ, ਜਿਨ੍ਹਾਂ ਦੇ ਹਿਰਦੇ ਵਿੱਚ ਨਾ ਪ੍ਰੇਮ ਹੈ ਵਿਸ਼ੇਸ਼ ਕਿਸੇ ਵਿਅਕਤੀ ਵਾਸਤੇ, ਨਾ ਹੀ ਖਾਲਸਾ ਜੀ ਕਿਸੇ ਵਾਸਤੇ ਈਰਖਾ ਹੈ। ਇੱਕ ਰਸ ਸੱਚੇ ਪਾਤਸ਼ਾਹ ਕਹੋ ਕਬੀਰ ਭਗਤ ਕਰ ਪਾਇਆ, ਭੋਲਾ ਭਾਏ ਮਿਲੈ ਰਘੁਰਾਇਆ। ਗਰੀਬ ਨਵਾਜ ਪਰਮੇਸ਼ਰ ਤਾਂ ਖਾਲਸਾ ਜੀ ਜਿਨ੍ਹਾਂ ਦਾ ਮਨ ਨੀਵਾ ਹੈ, ਜਿਹੜੇ ਗਰੀਬੀ ਭਾਵ ਰੱਖਣ ਵਾਲੇ, ਗਰੀਬੀ ਗਦਾ ਹਮਾਰੀ, ਤੋ ਉਹਨਾਂ ਦੇ ਖਾਲਸਾ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਗਲ ਨਾਲ ਲਾਉਣ ਵਾਲੇ ਹਨ। ਉਹ ਜਿਹੜੇ ਹੰਕਾਰੀ ਹੋ ਕੇ ਦਰਬਾਰੀ ਆਉਂਦੇ ਵਾ, ਆਪਦਾ ਆਪ ਜਣਾਉਣ ਵਾਲੇ, ਉਹਨਾਂ ਨੂੰ ਖਾਲਸਾ ਜੀ ਗਰੀਬ ਨਵਾਜ ਉਹਨਾਂ ਵੱਲ ਤੱਕਦੇ ਤੱਕ ਨਹੀਂ, ਹਮਾਯੂ ਵਰਗੇ ਹੋਏ ਜਿਹੜੇ। ਤੋ ਰਾਗ ਨਾ ਪ੍ਰੇਮ ਹੈ ਨਾ ਦ્વੈਸ਼ ਈਰਖਾ ਮਹਾਰਾਜ ਦੀ ਕਿਸੇ ਪ੍ਰਥਾਈ ਵੀ ਚਿੱਤ ਵਿੱਚ। ਕਰਹਿ ਭਾਵਨਾ ਪਾਏ ਤਿਮ, ਕਹਿੰਦੇ ਜਿਹੜਾ ਭਾਵਨਾ ਪਾ ਕਰਕੇ ਮਹਾਰਾਜ ਦੇ ਦਰਬਾਰ ਆਉਂਦਾ, ਜਿਹੜੀ ਭਾਵਨਾ ਹਿਰਦੇ ਵਿੱਚ ਹੁੰਦੀ ਉਹੀ ਚੀਜ਼ ਅੱਗੋਂ ਫਿਰ ਫਲ ਪ੍ਰਾਪਤ ਹੁੰਦਾ ਹੋਵੇ। ਭਾਵ ਕਿ ਜੈਸਾ ਸੇਵੈ ਤੈਸੋ ਹੋਵੇ। ਖਾਲਸਾ ਜੀ ਜਿਹੋ ਜੀ ਮਨਸਾ ਇੱਛਾ ਰੱਖ ਕੇ ਅਸੀਂ ਉਹ ਦਰਬਾਰ ਵਿੱਚ ਮਹਾਰਾਜ ਦੇ ਦਰਸ਼ਨ ਕਰਦੇ ਹਾਂ, ਉਹੋ ਜਿਹਾ ਫਲ ਜ਼ਰੂਰ ਮਿਲਦਾ ਹੈ। ਜੇ ਕੋਈ ਅਸੀਂ ਕਈ ਵਾਰੀ ਕਹਿੰਦੇ ਸਾਡੇ ਨਾਲ ਬਹੁਤ ਮਾੜਾ ਕਰਮ ਹੋਇਆ, ਤੋ ਖਾਲਸਾ ਜੀ ਮਾੜੇ ਕਰਮ ਜੇ ਤੁਹਾਨੂੰ ਕੋਈ ਫਲ ਮਿਲਿਆ ਵੈ, ਉਹ ਜ਼ਰੂਰ ਜਾਣੋ ਵੀ ਅਸੀਂ ਕਿਤੇ ਇਹੋ ਜਿਹੀ ਮਨਸਾ ਰੱਖ ਕੇ ਦਰਬਾਰ ਵਿੱਚ ਬੈਠੇ ਸੀ, ਉਹ ਮੰਦ ਵਾਸ਼ਨਾ ਨੂੰ ਵੀ ਫਲ ਲੱਗਿਆ, ਜਿਹੜਾ ਹੁਣ ਸਾਡੀ ਝੋਲੀ ਵਿੱਚ ਪੈ ਰਿਹਾ ਹੈ। ਭੋਗੈ ਬਿਨ ਭਾਗੈ ਨਹੀਂ ਕਰਮ ਅਤੀ ਬਲਵਾਨ, ਕੀਤੇ ਹੋਏ ਕਰਮ ਖਾਲਸਾ ਜੀ ਜਿੰਨਾ ਸਮਾਂ ਫਲ ਨਾ ਦੇਣ ਜਾਂਦੇ ਕਿਤੇ ਨਹੀਂ। ਇਸੇ ਪ੍ਰਕਾਰ ਜਿਹੋ ਜੀ ਫਿਰ ਖਾਲਸਾ ਦੀ ਭਾਵਨਾ, ਜੇ ਕੋਈ ਪ੍ਰੇਮ ਭਾਵਨਾ ਲੈ ਕਰਕੇ ਖਾਲਸਾ ਜੀ ਮਹਾਰਾਜ ਦੇ ਦਰਬਾਰੀ ਆਵੇ, ਤੋ ਸਾਜ ਕਹੋਂ ਸੁਣ ਲਿਓ ਪ੍ਰਭ ਸਭਾ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਵਾਲਿਆਂ ਨੂੰ ਖਾਲਸਾ ਜੀ ਫਿਰ ਪ੍ਰੇਮ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤੋ ਇੱਥੇ ਮਹਾਰਾਜ ਕਵੀ ਜੀਆਂ ਨੇ ਸਿੱਧ ਕੀਤਾ ਵਾ ਕਿ ਜਿਹੜੇ ਪਰਮੇਸ਼ਰ ਦੇ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਉੱਚੇ ਹੋ ਆਉਂਦੇ ਵਾ, ਉਹਨਾਂ ਦੇ ਖਾਲਸਾ ਜੀ ਗੁਰੂ ਗਰੀਬ ਨਵਾਜ ਉਹ ਮਹਾਰਾਜ ਨਿਵਾ ਲੈਂਦੇ ਵਾ। ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਜੇ ਇੱਕ ਵਾਰੀ ਕੋਈ ਨਾ ਨਿਵੇ ਮਹਾਰਾਜ ਦੇ ਅੱਗੇ, ਕੋਈ ਝਗੜਾ ਕਰਕੇ ਸਮਾਂ ਆਉਂਦਾ ਖਾਲਸਾ ਜੀ ਨਿਵਾ ਲੈਂਦਾ ਪਰਮੇਸ਼ਰ। ਸਾਰੇ ਜਿਹੜੇ ਵੇ ਹਰ ਜੇਠ ਜੁੜਨ ਦਾ ਲੋੜੀਆ ਜਿਸ ਅੱਗੇ ਸਭ ਨਿਵਨ, ਉਹਦੇ ਅੱਗੇ ਸਾਰੇ ਹੀ ਨਿਵਦੇ ਆ ਖਾਲਸਾ ਜੀ। ਕੋਈ ਨਹੀਂ ਜਿਹੜਾ ਵਾ ਉਹ ਮਹਾਰਾਜ ਦੇ ਅੱਗੇ ਅੜਿਆ ਰਹਿੰਦਾ ਹੈ। ਤੋ ਇਉਂ ਫਿਰ ਹਮਾਯੂ ਵਰਗੇ ਝੁਕੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਮਿਹਰਾਮਤ ਕੀਤੀ। ਕਵੀ ਜੀ ਕਹਿੰਦੇ ਭਾਵਨਾ ਨੂੰ ਫਲ ਲੱਗਦਾ, ਜਿਹੋ ਜੀ ਇੱਛਾ ਮਨਸਾ ਰੱਖ ਕੇ ਕੋਈ ਮਹਾਰਾਜ ਦੇ ਦਰਸ਼ਨ ਕਰੇ, ਉਹਨੂੰ ਵੈਸਾ ਹੀ ਫਲ ਮਿਲਦਾ ਹੈ। ਜੇ ਨਰ ਚੱਲ ਟਿਕ ਜਾਹੇ, ਜਿਹੜੇ ਭਾਈ ਮਨੁੱਖ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਦੇ ਦਰਸ਼ਨਾਂ ਨੂੰ ਚੱਲ ਚੱਲ ਕੇ ਜਾਂਦੇ ਆ, ਜੇ ਉਹਨਾਂ ਦੀ ਆਸਾ ਮਨਸਾ ਸ਼ੁਭ ਹੋਵੇਗੀ, ਉਹਦਾ ਫਲ ਵੀ ਜਿਹੜਾ ਚੰਗਾ ਪ੍ਰਾਪਤ ਹੋਵੇਗਾ, ਸੁੱਖ ਮਿਲੇਗਾ।
ਜੇ ਉਹਨਾਂ ਦੀ ਬਿਰਤੀ ਵਿੱਚ ਕੂੜ ਹੈ ਤੇ ਉਹਨਾਂ ਨੂੰ ਫਲ ਵੀ ਖਾਲਸਾ ਜੀ ਫਿਰ ਦੋਖੀ ਪ੍ਰਾਪਤ ਹੁੰਦੇ ਵਾ। ਜੈਸਾ ਸੇਵੈ ਤੈਸੋ ਹੋਵੈ। ਇਹ ਮਹਾਰਾਜ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਹਜ਼ੂਰ ਦਾ ਪਾਵਨ ਪਵਿੱਤਰ ਪ੍ਰਸੰਗ ਆਪਾਂ ਸਭ ਸੰਗਤਾਂ ਨਾਲ ਮਿਲ ਕਰਕੇ ਵਿਚਾਰ ਕੀਤਾ। ਬੁੱਧੀ ਬਹੁਤ ਥੋੜੀ ਹੈ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅੱਗੇ ਸਾਧ ਸੰਗਤ ਜੀ ਪ੍ਰਸੰਗ ਆਵੇਗਾ। ਜਿਹੜੇ ਜਿਹੜੇ ਵੀ ਸਿੱਖ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਜ਼ੂਰੀ ਵਿੱਚ ਰਹਿੰਦੇ ਸੀ, ਭਾਈ ਜੀਵਾ ਜੀ, ਗੁੱਜਰ ਲੋਹਾਰ, ਧੀਆਂ ਨਾਈ, ਪਾਰੋ ਜੁਲਕਾ ਵਰਗੇ ਜਿਹੜੇ ਸਿੱਖ ਸੀਗੇ, ਭਾਈ ਜੀਵਾ ਜੀ ਮਹਾਰਾਜ ਦੇ ਲਾਂਗਰੀ ਜਿਹੜੇ ਸੀਗੇ, ਐਸੇ ਸਿੱਖ ਉਹ ਸਾਰੇ ਖਾਲਸਾ ਜੀ ਜਿਹੜੇ ਹਨ ਉਹਨਾਂ ਦਾ ਪ੍ਰਸੰਗ ਕੱਲ ਆਵੇਗਾ। ਕਿਹੜੇ ਸਿੱਖ ਕੈਸੇ ਸੀ, ਕਿਹਨਾਂ ਦੀ ਬਿਰਤੀ ਸੁਭਾਅ ਕੈਸਾ ਸੀ, ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਰਲ ਮਿਲ ਕਰਕੇ ਵਿਚਾਰੀਏ। ਨਿਤਾ ਪ੍ਰਤੀ ਹਾਜ਼ਰੀਆਂ ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਰੋਂ ਕਰੋ, ਖੁਸ਼ੀਆਂ ਪ੍ਰਾਪਤ ਕਰੋ, ਹੋਈਆਂ ਭੁੱਲਾਂ ਦੀ ਖਿਮਾ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਬੇਪਰਵਾਹੋ ਨਿਤ, ਰਾਗ ਦ્વੈ ਸੁਚਿਤ ਨਾਹੀ। ਕਰਹਿ ਪਾਪ ਨਾ ਪਾਏ ਤਿਮ, ਜੇ ਨਰ ਚੱਲ ਟਿਕ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश। हे पूरन हे सर्व मैं दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है पी हो बनहार। हे संतह कै सदा संग निधारा आधार। हे ठाकुर हौ दास रो मैं निर्गुण गुण नहीं कोय। नानक दीजै नाम दान राखा हिय परोय। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुनह सो सिंह सुजान। नानक गुरु गोबिंद सिंह जी सदा करहै कल्याण। वाहिगुरु नाम जहाज है चढ़े सो उतरे पार। जो सरधा कर सेवंदे वाहिगुरु पार उतारन हार। जो सरधा कर सेवंदे वाहिगुरु पार उतारन हार। वाहिगुरु जी का खालसा, वाहिगुरु जी की फतेह।